ਐਲੀ ਵਿਜ਼ਲ ਦਾ ਲਿਖਿਆ ਤੇ ਗੁਰਚਰਨ ਸਿੰਘ ਜੈਤੋ ਦਾ ਅਨੁਵਾਦਿਤ ਨਾਵਲ ਹੈ ਰਾਤ। ਪੰਜਵਾਂ ਭਾਗ। ਅਸੀਂ ਗਲੀਵਿਟਸ ਕੈਂਪ ਤੇ 3 ਦਿਨ ਰਹੇ ਸਾਂ। ਨਾ ਕੁਝ ਖਾਣ ਨੂੰ ਸੀ ਤੇ ਨਾ ਪੀਣ ਲਈ। ਸਾਨੂੰ ਬੈਰਕਾਂ ਤੋਂ ਬਾਹਰ ਨਹੀਂ ਸੀ ਆਉਣ ਦਿੱਤਾ ਗਿਆ। ਗੇਟ ਤੇ ਜਰਮਨ ਅਫਸਰਾਂ ਦਾ ਸਖਤ ਪਹਿਰਾ ਸੀ। ਮੈਂ ਭੁੱਖਾ ਸਾਂ ਤੇ ਤਿਹਾਇਆ ਵੀ। ਮੈਂ ਬਾਹਰੋਂ ਜ਼ਰੂਰ ਗੰਦਾ ਹੋ ਗਿਆ ਹੋਵਾਂਗਾ ਤੇ ਮੇਰਾ ਸਾਹ ਸੱਤ ਵੀ ਖਤਮ ਹੋ ਚੁੱਕਾ ਸੀ। ਇਹ ਮੈਂ ਦੂਜਿਆਂ ਦੀ ਹਾਲਤ ਦੇਖ ਕੇ ਅੰਦਾਜ਼ਾ ਲਗਾ ਰਿਹਾ ਸੀ। ਜਿਹੜੇ ਡਬਲ ਰੋਟੀ ਦੇ ਟੁਕੜੇ ਅਸੀਂ ਬੂਨਾਂ ਤੋਂ ਲੈ ਕੇ ਆਏ ਸਾਂ ਕਦੋਂ ਦੇ ਨਿਗਲੇ ਜਾ ਚੁੱਕੇ ਸਨ। ਕੌਣ ਜਾਣਦਾ ਸੀ, ਕਿਸ ਨੂੰ ਪਤਾ ਸੀ ਕਿ ਸਾਨੂੰ ਅਗਲਾ ਰਾਸ਼ਨ ਕਦੋਂ ਮਿਲੇਗਾ। ਫੌਜਾਂ ਸਾਡਾ ਪਿੱਛਾ ਕਰ ਰਹੀਆਂ ਲੱਗਦੀਆਂ ਸਨ। ਅਸੀਂ ਹੋਰ ਨਵੀਆਂ ਗੋਲੀਆਂ ਦੀ ਆਵਾਜ਼ ਸੁਣ ਸਕਦੇ ਸਾਂ। ਉਹ ਨੇੜੇ ਹੀ ਲੱਗਦੇ ਸਨ, ਪਰ ਸਾਡੇ 'ਚ ਹੁਣ ਨਾ ਹਿੰਮਤ ਸੀ ਨਾ ਹੌਸਲਾ ਕਿ ਅਸੀਂ ਸੋਚ ਵੀ ਸਕਦੇ ਕਿ ਜਰਮਨ ਫੌਜਾਂ ਸਾਨੂੰ ਇੱਥੋਂ ਲਿਜਾ ਸਕਣਗੀਆਂ ਜਾਂ ਨਹੀਂ, ਕਿ ਰੂਸੀ ਫੌਜਾਂ ਛੇਤੀ ਇੱਥੇ ਪਹੁੰਚ ਜਾਣਗੀਆਂ। ਅਸੀਂ ਸੁਣਿਆ ਹੋਇਆ ਸੀ ਕਿ ਸਾਨੂੰ ਜਰਮਨ ਦੇ ਅੰਦਰ ਵੱਲ ਕਿਧਰੇ ਲਿਜਾਇਆ ਜਾਏਗਾ। ਤੀਜੇ ਦਿਨ ਸਵੇਰੇ ਸਾਨੂੰ ਬੈਰਕਾਂ ਤੋਂ ਬਾਹਰ ਕੱਢਿਆ ਗਿਆ। ਅਸੀਂ ਸਭ ਨੇ ਆਪਣੇ ਮੋਢਿਆਂ ਉੱਤੋਂ ਦੀ ਕੰਬਲ ਸੁੱਟ ਲਏ ਸਨ, ਜਿਵੇਂ ਅਰਦਾਸ ਕਰਨ ਵੇਲੇ ਕੋਈ ਲੋਈ ਲੈ ਲਵੇ। ਸਾਨੂੰ ਇੱਕ ਅਜਿਹੇ ਗੇਟ ਵੱਲ ਲਿਜਾਇਆ ਗਿਆ ਜਿਹੜਾ ਕੈਂਪ ਨੂੰ 2 ਹਿੱਸਿਆਂ 'ਚ ਵੰਡਦਾ ਸੀ। ਉੱਥੇ ਜਰਮਨ ਅਫਸਰਾਂ ਦਾ ਇੱਕ ਗਰੁੱਪ ਖੜਾ ਸੀ। ਸਾਡੇ 'ਚ ਅਫਵਾਹ ਉੱਡੀ, ਚੋਣ। ਜਰਮਨਾਂ ਨੇ ਚੋਣ ਕੀਤੀ ਵੀ। ਕਮਜ਼ੋਰ ਖੱਬੇ ਤੇ ਜਿਹੜੇ ਤੁਰ ਸਕਦੇ ਸਨ ਸੱਜੇ। ਮੇਰੇ ਪਿਤਾ ਜੀ ਨੂੰ ਖੱਬੇ ਪਾਸੇ ਭੇਜਿਆ ਗਿਆ ਸੀ। ਮੈਂ ਉਹਨਾਂ ਦੇ ਪਿੱਛੇ ਦੌੜਿਆ। ਇੱਕ ਜਰਮਨ ਅਫਸਰ ਨੇ ਚੀਕ ਕੇ ਕਿਹਾ, ਪਿੱਛੇ ਮੁੜ ਜਾ। ਮੈਂ ਦੂਜੇ ਲੋਕਾਂ 'ਚ ਜਾ ਕੇ ਲੁਕ ਗਿਆ। ਕਈ ਜਰਮਨ ਅਫਸਰ ਮੈਨੂੰ ਮੋੜ ਲਿਆਉਣ ਲਈ ਆਏ। ਇੰਜ ਜਿਹੜੇ ਖੱਬੇ ਪਾਸੇ ਗਏ ਸਨ ਉਹ ਸੱਜੇ ਪਾਸੇ ਆਉਣ ਵਿੱਚ ਕਾਮਯਾਬ ਹੋ ਗਏ। ਉਹਨਾਂ 'ਚ ਮੈਂ ਤੇ ਮੇਰੇ ਪਿਤਾ ਜੀ ਵੀ ਆ ਗਏ। ਫਿਰ ਵੀ ਕਈ ਗੋਲੀਆਂ ਚੱਲੀਆਂ ਤੇ ਕਈ ਮਰ ਗਏ। ਸਾਨੂੰ ਸਾਰਿਆਂ ਨੂੰ ਉਹ ਕੈਂਪ ਛੱਡਣਾ ਪਿਆ। ਕੋਈ ਅੱਧੇ ਘੰਟੇ ਦੇ ਮਾਰਚ ਪਿੱਛੋਂ ਅਸੀਂ ਇੱਕ ਇਹੋ ਜਿਹੇ ਖੇਤ ਵਿੱਚ ਪਹੁੰਚੇ ਜਿਹਦੇ ਵਿਚਕਾਰੋਂ ਰੇਲਵੇ ਲਾਈਨ ਲੰਘਦੀ ਸੀ। ਸਾਨੂੰ ਗੱਡੀ ਦੀ ਉਡੀਕ ਲਈ ਰੁਕਣਾ ਪਿਆ। ਬਰਫ਼ ਬਹੁਤ ਪੈ ਰਹੀ ਸੀ। ਸਾਨੂੰ ਬੈਠਣ ਤੋਂ ਜਾਂ ਕਿਸੇ ਹੋਰ ਹਿਲ-ਜੁਲ ਤੋਂ ਸਖਤ ਮਨਾਹੀ ਕਰ ਦਿੱਤੀ ਗਈ ਸੀ। ਬਰਫ਼ ਨਾਲ ਸਾਡੇ ਕੰਬਲਾਂ ਤੇ ਮੋਟੀ ਪਰਤ ਜੰਮ ਗਈ। ਸਾਨੂੰ ਡਬਲ ਰੋਟੀ ਦਾ ਆਮ ਰਾਸ਼ਨ ਦਿੱਤਾ ਗਿਆ। ਅਸੀਂ ਉਸ ਤੇ ਟੁੱਟ ਕੇ ਪੈ ਗਏ। ਕਿਸੇ ਨੂੰ ਪਿਆਸ ਬੁਝਾਉਣ ਲਈ ਬਰਫ਼ ਖਾਣ ਦਾ ਵਿਚਾਰ ਆਇਆ। ਛੇਤੀ ਦੂਜਿਆਂ ਨੇ ਵੀ ਉਹਦੀ ਨਕਲ ਕੀਤੀ। ਕਿਉਂਕਿ ਸਾਨੂੰ ਝੁਕਣਾ ਮਨ੍ਹਾ ਸੀ ਤਾਂ ਚਮਚੇ ਨਾਲ ਅਸੀਂ ਗੁਆਂਢੀ ਦੇ ਕੰਬਲ ਤੋਂ ਬਰਫ਼ ਲੈ ਕੇ ਖਾਣੀ ਸ਼ੁਰੂ ਕਰ ਦਿੱਤੀ। ਮੂੰਹ ਭਰ ਕੇ ਡਬਲ ਰੋਟੀ ਤੇ ਚਮਚਿਆਂ ਭਰੀ ਬਰਫ਼। ਜਿਹੜੇ ਜਰਮਨ ਅਫਸਰ ਸਾਨੂੰ ਦੇਖ ਰਹੇ ਸਨ ਉਹ ਇਹ ਨਜ਼ਾਰਾ ਵੇਖ ਕੇ ਹੱਸਣ ਲੱਗ ਪਏ। ਕਈ ਘੰਟੇ ਬੀਤ ਗਏ। ਦੂਰ ਆਜ਼ਾਦੀ ਵਾਲੀ ਗੱਡੀ ਦੀ ਉਡੀਕ ਕਰਦਿਆਂ ਸਾਡੀਆਂ ਅੱਖਾਂ ਥੱਕ ਚੁੱਕੀਆਂ ਸਨ। ਪਰ ਉਹ ਗੱਡੀ ਦੇਰ ਸ਼ਾਮ ਤੱਕ ਵੀ ਨਹੀਂ ਸੀ ਪਹੁੰਚੀ। ਜਦੋਂ ਆਈ ਤਾਂ ਇਹ ਕਦੇ ਨਾ ਖਤਮ ਹੋਣ ਵਾਲੀ ਗੱਡੀ, ਜਿਹੜੀ ਪਸ਼ੂ ਢੋਣ ਵਾਲੇ ਡੱਬਿਆਂ ਵਾਲੀ ਸੀ ਤੇ ਉਹ ਕਿਸੇ ਡੱਬੇ ਦੀ ਛੱਤ ਨਹੀਂ ਸੀ। ਜਰਮਨ ਅਫਸਰਾਂ ਨੇ ਸਾਨੂੰ ਗੱਡੀ ਦੇ ਡੱਬਿਆਂ 'ਚ ਧੱਕਣਾ ਸ਼ੁਰੂ ਕਰ ਦਿੱਤਾ। ਕੋਈ 100 ਬੰਦੇ ਇੱਕ ਡੱਬੇ 'ਚ ਵਾੜੇ ਗਏ। ਅਸੀਂ ਬਹੁਤ ਕਮਜ਼ੋਰ ਹੋਣ ਕਰਕੇ ਬਹੁਤ ਪਤਲੇ ਹੋ ਗਏ ਸਾਂ। ਗੱਡੀ 'ਚ ਚੜ੍ਹਨ ਤੋਂ ਪਿੱਛੋਂ ਸਾਡੀ ਉਹ ਸਵਾਰੀ ਅਖੀਰ ਚੱਲ ਪਈ। ਅਸੀਂ ਠੰਡ ਤੋਂ ਬਚਣ ਲਈ ਇੱਕ ਦੂਜੇ ਨਾਲ ਜੁੜ ਕੇ ਬੈਠੇ ਸਾਂ। ਸਿਰ ਖਾਲੀ ਸੀ ਤੇ ਨਾਲ ਭਾਰਾ ਵੀ ਸੀ। ਦਿਮਾਗ ਘੁੰਮਣ ਘੇਰੀਆਂ 'ਚ, ਯਾਦਾਂ ਮਰਨ ਕਿਨਾਰੇ। ਇਸ ਮੰਜ਼ਰ ਨੇ ਸਾਡੇ ਉਤਸ਼ਾਹ ਦਾ ਕਤਲ ਕਰ ਦਿੱਤਾ ਸੀ। ਇੱਥੋਂ ਹੋਇਆ ਕਿ ਕਿਧਰੇ ਹੋਰ ਹੋਇਆ, ਕੀ ਫਰਕ ਪੈਂਦਾ ਹੈ? ਭਾਵੇਂ ਅੱਜ ਮਰ ਜਾਈਏ ਜਾਂ ਕੱਲ੍ਹ ਨੂੰ ਜਾਂ ਕੁਝ ਦਿਨ ਠਹਿਰ ਕੇ। ਰਾਤ ਤਾਂ ਲੰਮੀ ਸੀ ਤੇ ਉਹ ਵੀ ਕਦੇ ਨਾ ਖਤਮ ਹੋਣ ਵਾਲੀ। ਅਖੀਰ ਜਦੋਂ ਪੌ ਫੁਟਾਲੇ ਵੇਲੇ ਥੋੜ੍ਹੀ ਰੌਸ਼ਨੀ ਦਿਸਣ ਲੱਗ ਪਈ ਤਾਂ ਇੱਕ ਨਜ਼ਾਰਾ ਇਹ ਸੀ, ਇੱਕ ਦੂਜੇ ਨਾਲ ਜੁੜੇ ਹੋਏ, ਸਿਰ ਨੀਵਾਂ ਕਰੀ, ਮੋਢੇ ਨੀਵੇਂ ਕਰੀ, ਇੱਕ ਦੂਜੇ ਉੱਤੇ ਢੇਰੀ ਹੋਏ ਲੋਕ, ਜਿਵੇਂ ਕਬਰਾਂ 'ਤੇ ਪਈ ਮਿੱਟੀ ਤੇ ਕਬਰਾਂ ਇਕੱਠੀਆਂ ਕਰਕੇ ਢੇਰ ਲਾ ਦਿੱਤਾ ਗਿਆ ਹੋਵੇ। ਸਵੇਰੇ ਸਵੇਰੇ ਚਾਨਣ ਵਿੱਚ ਮੈਂ ਕੋਸ਼ਿਸ਼ ਕਰ ਰਿਹਾ ਸਾਂ ਕਿ ਦੇਖ ਸਕਾਂ ਕਿ ਕੌਣ ਅਜੇ ਜਿਉਂਦਾ ਹੈ ਤੇ ਕੌਣ ਨਹੀਂ, ਪਰ ਕੋਈ ਫਰਕ ਨਹੀਂ ਸੀ। ਮੇਰੀ ਨਿਗਾਹ ਉੱਥੇ ਜਾ ਟਿਕੀ ਜਿਸ ਦੀਆਂ ਅੱਖਾਂ ਖੁੱਲ੍ਹੀਆਂ ਹੋਈਆਂ ਸਨ ਤੇ ਉਹ ਕੁਝ ਵੀ ਨਹੀਂ ਦੇਖ ਰਿਹਾ ਲੱਗਦਾ ਸੀ। ਕੋਈ ਜਿਉਂਦਾ ਚਿਹਰਾ, ਬਰਫ਼ ਦੀ ਮੋਟੀ ਪਰਤ ਜੰਮੀ ਹੋਈ। ਮੇਰੇ ਪਿਤਾ ਜੀ ਮੇਰੇ ਨੇੜੇ ਸਨ, ਕੰਬਲ 'ਚ ਲਿਪਟੇ ਹੋਏ, ਮੋਢਿਆਂ 'ਤੇ ਢੇਰ ਸਾਰੀ ਬਰਫ਼।
ਕੀ ਉਹ ਵੀ ਗੁਜ਼ਰ ਗਏ ਸਨ? ਮੈਂ ਉਹਨਾਂ ਨੂੰ ਬੁਲਾਇਆ, ਕੋਈ ਜਵਾਬ ਨਹੀਂ। ਮੈਂ ਉਸ ਵੇਲੇ ਚੀਕਾਂ ਮਾਰ ਕੇ ਰੋ ਪੈਣਾ ਸੀ ਜੇ ਮੈਂ ਇਹ ਕਰ ਸਕਦਾ ਹੁੰਦਾ। ਉਹ ਬਿਲਕੁਲ ਨਹੀਂ ਸਨ ਹਿੱਲੇ। ਮੇਰੇ ਦਿਮਾਗ 'ਚ ਅਚਾਨਕ ਇਹ ਖਿਆਲ ਆ ਕੇ ਬੈਠ ਗਿਆ ਕਿ ਹੁਣ ਜਿਉਣ ਦਾ ਕੀ ਕਾਰਨ, ਸੰਘਰਸ਼ ਕਰਨ ਦਾ ਮਤਲਬ ਕੀ ਤੇ ਕਿਸ ਲਈ। ਗੱਡੀ ਇੱਕ ਸੁੰਨਸਾਨ ਜਗ੍ਹਾ 'ਤੇ ਰੁਕ ਗਈ। ਇਸ ਕਰਕੇ ਝਟਕਾ ਜਿਹਾ ਲੱਗਿਆ ਤੇ ਜਿਹੜੇ ਸੁੱਤੇ ਪਏ ਸਨ ਉਹ ਜਾਗ ਪਏ। ਉਹਨਾਂ ਆਪਣੇ ਆਪ ਨੂੰ ਸਿੱਧਿਆਂ ਕੀਤਾ ਤੇ ਆਲੇ ਦੁਆਲੇ ਹੈਰਾਨ ਹੋ ਕੇ ਦੇਖਣ ਲੱਗ ਪਏ। ਬਾਹਰ ਜਰਮਨ ਅਫਸਰ ਉੱਚੀ ਚੀਕ ਰਹੇ ਸਨ, ਮੁਰਦਿਆਂ ਨੂੰ ਬਾਹਰ ਸੁੱਟ ਦਿਓ, ਸਾਰੇ ਮੁਰਦੇ ਬਾਹਰ। ਜਿਉਂਦੇ ਲੋਕ ਖੁਸ਼ ਸਨ, ਹੁਣ ਹੋਰ ਥਾਂ ਮਿਲ ਜਾਏਗੀ। ਵਲੰਟੀਅਰਾਂ ਨੇ ਆਪਣਾ ਕੰਮ ਸ਼ੁਰੂ ਕੀਤਾ। ਉਹਨਾਂ ਨੇ ਜਿਹੜੇ ਅਜੇ ਵੀ ਕੋਡੇ ਜਿਹੇ ਹੋ ਕੇ ਬੈਠੇ ਸਨ ਉਹਨਾਂ ਨੂੰ ਝੰਜੋੜਿਆ। ਆ ਇੱਥੇ ਇੱਕ ਹੈ, ਇਹਨੂੰ ਸੰਭਾਲੋ। ਉਹਨਾਂ ਨੇ ਉਹਦੇ ਕੱਪੜੇ ਲਾਹ ਲਏ। ਬਚਣ ਵਾਲੇ ਉਹਦੇ ਕੱਪੜੇ ਪਾਉਣ ਲਈ ਲਾਹ ਰਹੇ ਸਨ ਤਾਂ ਦੋ ਕਬਰ ਪੁੱਟਾਂ ਨੇ ਉਹਨੂੰ ਦਬੋਚਿਆ। ਇੱਕ ਨੇ ਸਿਰ ਵਾਲੇ ਪਾਸੇ ਤੋਂ ਫੜਿਆ, ਦੂਜੇ ਨੇ ਪੈਰਾਂ ਵਾਲੇ ਪਾਸਿਓਂ ਫੜਿਆ ਤੇ ਡੱਬੇ 'ਚੋਂ ਕਿਸੇ ਆਟੋ ਵਾਲੀ ਬੋਰੀ ਵਾਂਗ ਹੇਠਾਂ ਸੁੱਟਿਆ ਤੇ ਕਿਸੇ ਆਟੇ ਵਾਲੀ ਬੋਰੀ ਵਾਂਗ ਹੇਠਾਂ ਸੁੱਟਿਆ। ਚਾਰੇ ਪਾਸਿਓਂ ਆਵਾਜ਼ਾਂ ਆਉਣ ਲੱਗੀਆਂ, ਇੱਧਰ ਆਓ, ਇੱਥੇ ਆਓ, ਮੇਰੇ ਨਾਲ ਦਾ ਬੰਦਾ ਨਹੀਂ ਹਿੱਲ ਰਿਹਾ। ਮੈਨੂੰ ਆਪਣੀ ਉਸ ਉਦਾਸੀ ਵਿੱਚੋਂ ਉਸ ਵੇਲੇ ਜਾਗ ਆਈ ਜਦੋਂ ਦੋ ਜਣੇ ਮੇਰੇ ਪਿਤਾ ਜੀ ਕੋਲ ਪਹੁੰਚ ਗਏ। ਮੈਂ ਆਪਣੇ ਆਪ ਨੂੰ ਉਹਨਾਂ ਦੇ ਸਰੀਰ ਉੱਤੇ ਸੁੱਟ ਲਿਆ। ਉਹਨਾਂ ਦਾ ਸਰੀਰ ਠੰਡਾ ਹੋ ਚੁੱਕਾ ਸੀ। ਮੈਂ ਉਹਨਾਂ ਦੇ ਚਿਹਰੇ ਨੂੰ ਥਪਥਪਾਇਆ। ਮੈਂ ਉਹਨਾਂ ਦੇ ਹੱਥਾਂ ਦੀ ਮਾਲਿਸ਼ ਕੀਤੀ ਤੇ ਰੋ ਕੇ ਕਿਹਾ, ਪਿਤਾ ਜੀ ਉੱਠ ਜਾਓ, ਉਹ ਤੁਹਾਨੂੰ ਗੱਡੀ ਤੋਂ ਬਾਹਰ ਸੁੱਟਣਾ ਚਾਹੁੰਦੇ ਨੇ। ਉਹਨਾਂ ਦਾ ਸਰੀਰ ਅਹਿਲ ਰਿਹਾ। ਉਹਨਾਂ ਦੋਹਾਂ ਕਬਰ ਪੁੱਟਾਂ ਨੇ ਮੈਨੂੰ ਗਲੋਂ ਫੜ ਲਿਆ। ਛੱਡ ਕੇ, ਤੈਨੂੰ ਦਿਸਦਾ ਨਹੀਂ ਕਿ ਮਰ ਚੁੱਕਾ? ਨਹੀਂ, ਅਜੇ ਨਹੀਂ, ਇਹ ਅਜੇ ਨਹੀਂ ਮਰੇ। ਮੈਂ ਜਿੰਨਾ ਮੇਰੇ 'ਚ ਜ਼ੋਰ ਸੀ ਉਹਨਾਂ ਨੂੰ ਪੂਰੇ ਜ਼ੋਰ ਨਾਲ ਥੱਪੜ ਮਾਰੇ। ਕੁਝ ਪਲਾਂ ਪਿੱਛੋਂ ਮੇਰੇ ਪਿਤਾ ਜੀ ਦੀਆਂ ਅੱਖਾਂ 'ਚ ਹਰਕਤ ਹੋਈ। ਉਹ ਬੜੀ ਮੁਸ਼ਕਿਲ ਨਾਲ ਸਾਹ ਲੈ ਰਹੇ ਸਨ। ਦੇਖੋ, ਮੈਂ ਚੀਕ ਕੇ ਕਿਹਾ। ਉਹ ਦੋਵੇਂ ਉੱਥੋਂ ਚਲੇ ਗਏ। 20 ਲਾਸ਼ਾਂ ਸਾਡੇ ਡੱਬੇ 'ਚੋਂ ਹੇਠਾਂ ਸੁੱਟੀਆਂ ਗਈਆਂ ਸਨ। ਉਸ ਪਿੱਛੋਂ ਗੱਡੀ ਚੱਲ ਪਈ, ਸੈਂਕੜੇ ਲੋਕਾਂ ਨੂੰ ਪਿੱਛੇ ਛੱਡਦੀ ਹੋਈ। ਨੰਗ ਧੜੰਗੀਆਂ ਲਾਸ਼ਾਂ, ਜਿਨ੍ਹਾਂ ਨੂੰ ਦਫਨ ਕੀ ਨਹੀਂ ਸੀ ਕਿਸੇ ਨੇ ਕਰਨਾ, ਉਹਨਾਂ ਨੇ ਉੱਥੇ ਪੋਲੈਂਡ ਦੀ ਘਣੀ ਬਰਫ਼ 'ਚ ਪਏ ਰਹਿਣਾ ਸੀ। ਸਾਨੂੰ ਖਾਣ ਲਈ ਕੁਝ ਵੀ ਨਹੀਂ ਸੀ ਦਿੱਤਾ ਗਿਆ। ਅਸੀਂ ਬਰਫ਼ ਹੀ ਖਾ ਸਕਦੇ ਸਾਂ। ਹੁਣ ਬਰਫ਼ ਨੇ ਡਬਲ ਰੋਟੀ ਦੀ ਥਾਂ ਲੈ ਲਈ ਸੀ। ਦਿਨ ਰਾਤਾਂ ਵਰਗੇ ਸਨ ਤੇ ਰਾਤਾਂ ਨੇ ਆਪਣਾ ਫੋਕ ਸਾਡੀਆਂ ਆਤਮਾਵਾਂ 'ਚ ਘਰ ਕਰ ਗਿਆ ਸੀ। ਗੱਡੀ ਹੌਲੀ ਹੌਲੀ ਚੱਲ ਰਹੀ ਸੀ। ਅਕਸਰ ਉਹ ਕਈ ਘੰਟੇ ਇੱਕ ਥਾਂ ਖੜੀ ਰਹਿੰਦੀ ਸੀ ਤੇ ਫਿਰ ਚੱਲ ਪੈਂਦੀ ਸੀ। ਬਰਫ਼ ਪੈਣੀ ਕਦੀ ਵੀ ਬੰਦ ਨਹੀਂ ਸੀ ਹੋਈ। ਇਹਨਾਂ ਦਿਨਾਂ ਤੇ ਰਾਤਾਂ ਵਿੱਚ ਅਸੀਂ ਇੱਕ ਦੂਜੇ ਦੇ ਉੱਤੇ ਚੜ੍ਹੇ ਹੋਏ ਸਾਂ, ਬਿਨਾਂ ਇੱਕ ਵੀ ਸ਼ਬਦ ਬੋਲਿਆ। ਅਸੀਂ ਅੱਖਾਂ ਮੀਟ ਕੇ ਅਗਲੇ ਸਟੇਸ਼ਨ ਦੀ ਉਡੀਕ ਕਰ ਰਹੇ ਸਾਂ ਤਾਂ ਕਿ ਅਸੀਂ ਆਪਣੇ ਮੁਰਦਿਆਂ ਨੂੰ ਹੇਠਾਂ ਸੁੱਟ ਸਕੀਏ। 10 ਦਿਨ ਤੇ 10 ਰਾਤਾਂ ਦਾ ਸਫ਼ਰ। ਕਦੇ ਕਦੇ ਅਸੀਂ ਜਰਮਨ ਸ਼ਹਿਰਾਂ ਵਿੱਚੋਂ ਗੁਜ਼ਰਦੇ ਸਾਂ। ਅਕਸਰ ਅਜਿਹਾ ਸਵੇਰੇ ਸਵੇਰੇ ਹੁੰਦਾ ਸੀ। ਕਾਮੇ ਆਪਣੇ ਕੰਮਾਂ ਧੰਦਿਆਂ 'ਤੇ ਜਾ ਰਹੇ ਹੁੰਦੇ ਸਨ। ਉਹ ਰੁਕ ਕੇ ਸਾਨੂੰ ਦੇਖਦੇ ਸਨ, ਪਰ ਉਹਨਾਂ ਨੂੰ ਕੋਈ ਹੈਰਾਨੀ ਨਹੀਂ ਸੀ ਹੁੰਦੀ। ਇੱਕ ਦਿਨ ਅਸੀਂ ਇੱਕ ਥਾਂ ਰੁਕੇ ਹੋਏ ਸਾਂ। ਕਿਸੇ ਬੰਦੇ ਨੇ ਆਪਣੇ ਬੈਗ ਵਿੱਚੋਂ ਡਬਲ ਰੋਟੀ ਦਾ ਟੁਕੜਾ ਕੱਢ ਕੇ ਸਾਡੇ ਡੱਬੇ 'ਚ ਸੁੱਟ ਦਿੱਤਾ। ਫਿਰ ਤਾਂ ਭਗਦੜ ਮਚ ਗਈ। ਦਰਜਨਾਂ ਭੁੱਖੇ ਲੋਕ ਇੱਕ ਦੂਜੇ 'ਤੇ ਮਰਨ ਮਾਰਨ ਲਈ ਝਪਟੇ, ਸਿਰਫ ਰੋਟੀ ਦੇ ਕੁਝ ਟੁਕੜਿਆਂ ਲਈ। ਜਰਮਨੀ ਦੇ ਕਾਮਿਆਂ ਨੇ ਇਸ 'ਚ ਬੜੀ ਦਿਲਚਸਪੀ ਦਿਖਾਈ। ਕੀ ਨਜ਼ਾਰਾ ਸੀ! ਕੁਝ ਸਾਲਾਂ ਮਗਰੋਂ ਮੈਂ ਇੱਕ ਅਜਿਹਾ ਨਜ਼ਾਰਾ ਏਡਨ ਸ਼ਹਿਰ 'ਚ ਦੇਖਿਆ ਸੀ। ਸਾਡੀ ਕਿਸ਼ਤੀ 'ਚ ਬੈਠੇ ਮੁਸਾਫਿਰ ਉੱਥੋਂ ਦੇ ਬਾਸ਼ਿੰਦਿਆਂ ਨੂੰ ਦੇਖਣ ਲਈ ਪਾਣੀ 'ਚ ਪੈਸੇ ਸੁੱਟ ਰਹੇ ਸਨ। ਉਹ ਪੈਸੇ ਲੱਭਣ ਲਈ ਪਾਣੀ 'ਚ ਚੁੱਭੀਆਂ ਮਾਰ ਰਹੇ ਸਨ। ਕੋਈ ਅਮੀਰ ਔਰਤ, ਪੈਰਿਸ ਦੇ ਰਹਿਣ ਵਾਲੀ, ਉਸ ਖੇਡ 'ਚ ਖੁਸ਼ੀ ਲੈ ਰਹੀ ਸੀ। ਮੈਂ ਅਚਾਨਕ ਦੇਖਿਆ ਕਿ ਦੋ ਬੱਚੇ ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣੇ ਹੋਏ ਸਨ। ਉਹ ਇੱਕ ਦੂਜੇ ਦਾ ਗਲ ਘੁੱਟ ਰਹੇ ਸਨ। ਮੈਂ ਉਸ ਔਰਤ ਵੱਲ ਮੁੜਿਆ। ਪਲੀਜ਼, ਹੁਣ ਹੋਰ ਪੈਸੇ ਪਾਣੀ 'ਚ ਨਾ ਸੁੱਟਣਾ। ਕਿਉਂ ਨਹੀਂ? ਉਹਨੇ ਕਿਹਾ, ਮੈਨੂੰ ਦਾਨ ਦੇਣਾ ਚੰਗਾ ਲੱਗਦਾ ਹੈ। ਡੱਬੇ 'ਚ ਜਿੱਥੇ ਰੋਟੀ ਦਾ ਟੁਕੜਾ ਡਿੱਗਿਆ ਸੀ, ਉੱਥੇ ਇੰਨੀ ਲੜਾਈ ਹੋਈ ਕਿ ਲੋਕਾਂ ਨੇ ਇੱਕ ਦੂਜੇ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਮਰਨ ਮਾਰਨ ਲਈ ਤਿਆਰ। ਇੱਕ ਦੂਜੇ ਨਾਲ ਖਿੰਝ ਖੋਹ ਕੇ ਇੱਕ ਦੂਜੇ 'ਤੇ ਝਪਟਣਾ ਜਿਵੇਂ ਜੰਗਲੀ ਜਾਨਵਰ ਹੋਣ। ਉਹਨਾਂ ਦੀਆਂ ਅੱਖਾਂ 'ਚ ਜਾਨਵਰਾਂ ਵਰਗੀ ਨਫ਼ਰਤ ਸੀ।
ਕੋਈ ਵੈਸ਼ੀਪਨ ਜਿਵੇਂ ਉਹਨਾਂ 'ਚ ਆ ਵੜਿਆ ਹੋਵੇ। ਉਹਨਾਂ ਦੇ ਤਿੱਖੇ ਦੰਦ ਤੇ ਨਹੁੰ। ਉਤਸੁਕ ਹੋਏ ਕਾਮਿਆਂ ਦਾ ਇਕੱਠ ਸਾਡੇ ਡੱਬੇ ਨੇੜੇ ਆ ਜੁੜਿਆ ਸੀ। ਸ਼ਾਇਦ ਉਹਨਾਂ ਨੇ ਕਦੇ ਵੀ ਅਜਿਹੇ ਸਮਾਨ ਨਾਲ ਭਰੀ ਹੋਈ ਗੱਡੀ ਨਹੀਂ ਦੇਖੀ ਹੋਣੀ। ਛੇਤੀ ਡਬਲ ਰੋਟੀਆਂ ਦੇ ਟੁਕੜੇ ਡੱਬਿਆਂ ਵਿੱਚ ਡਿੱਗਣ ਲੱਗ ਪਏ। ਤਮਾਸ਼ਬੀਨ ਦੇਖ ਰਹੇ ਸਨ ਕਿ ਰੋਟੀ ਦੀ ਇੱਕ ਬੁਰਕੀ ਲਈ ਲੋਕ ਕਿਵੇਂ ਇੱਕ ਦੂਜੇ ਨੂੰ ਜਾਨੋਂ ਮਾਰਨ ਲਈ ਤਿਆਰ ਸਨ। ਇੱਕ ਟੁਕੜਾ ਸਾਡੇ ਡੱਬੇ 'ਚ ਆ ਡਿੱਗਿਆ। ਮੈਂ ਫੈਸਲਾ ਕਰ ਲਿਆ ਸੀ ਕਿ ਮੈਂ ਆਪਣੀ ਥਾਂ ਤੋਂ ਨਹੀਂ ਹਿੱਲਾਂਗਾ। ਮੈਨੂੰ ਪਤਾ ਸੀ ਕਿ ਮੇਰੇ 'ਚ ਇੰਨੀ ਨਾ ਹਿੰਮਤ ਸੀ ਤੇ ਨਾ ਹੀ ਤਾਕਤ ਸੀ ਕਿ ਦਰਜਨਾਂ ਵਹਿਸ਼ੀ ਲੋਕਾਂ ਨਾਲ ਲੜਾਈ ਕਰ ਸਕਾਂ। ਦੂਰ ਮੈਂ ਇੱਕ ਬਜ਼ੁਰਗ ਨੂੰ ਆਪਣੇ ਹੱਥਾਂ ਪੈਰਾਂ ਤੇ ਰੁੜਦਿਆਂ ਦੇਖਿਆ। ਉਹ ਆਪਣੇ ਆਪ ਨੂੰ ਕਿਸੇ ਤੋਂ ਛਡਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹਨੇ ਆਪਣਾ ਇੱਕ ਹੱਥ ਦਿਲ ਦੇ ਨੇੜੇ ਰੱਖਿਆ ਹੋਇਆ ਸੀ। ਮੈਂ ਸੋਚਿਆ ਕਿਸੇ ਨੇ ਉਹਦੀ ਹਿੱਕ 'ਚ ਮਾਰਿਆ ਹੋਏਗਾ। ਫਿਰ ਮੈਨੂੰ ਸਮਝ ਆਈ ਉਹ ਆਪਣੀ ਕਮੀਜ਼ ਹੇਠਾਂ ਕੋਈ ਰੋਟੀ ਦਾ ਟੁਕੜਾ ਲੁਕੋ ਰਿਹਾ ਸੀ। ਉਹਨੇ ਬੜੀ ਫੁਰਤੀ ਨਾਲ ਉਹ ਟੁਕੜਾ ਆਪਣੇ ਮੂੰਹ 'ਚ ਪਾ ਲਿਆ। ਉਹਦੀਆਂ ਅੱਖਾਂ ਚਮਕੀਆਂ। ਉਹਦੀ ਮੁਸਕਰਾਹਟ ਕਿਸੇ ਕਚੀਚੀ ਵਰਗੀ ਸੀ ਜਿਸ ਨੇ ਉਹਦੇ ਮਰੇ ਹੋਏ ਚਿਹਰੇ 'ਤੇ ਕੁਝ ਤਬਦੀਲੀ ਲਿਆਂਦੀ ਸੀ, ਜਿਹੜੀ ਇੱਕਦਮ ਹੁਣ ਬੁਝ ਗਈ ਸੀ। ਇੱਕ ਛਾਂ ਜਿਹੀ ਉਸ ਵੱਲ ਵਧੀ। ਉਸ ਛਾਂ ਨੇ ਆਪਣੇ ਆਪ ਨੂੰ ਉਸ ਉੱਤੇ ਸੁੱਟ ਦਿੱਤਾ ਸੀ ਤੇ ਉਸ ਨੂੰ ਹੇਠਾਂ ਦੱਬ ਲਿਆ ਸੀ। ਮਾਰ ਨਾਲ ਉਹ ਹੈਰਾਨ ਹੋਇਆ ਬਜ਼ੁਰਗ ਚੀਕ ਰਿਹਾ ਸੀ, ਮੀਰ, ਮੀਰ ਮੇਰੇ ਬੱਚੇ, ਤੂੰ ਮੈਨੂੰ ਪਛਾਣਦਾ ਨਹੀਂ? ਮੈਂ ਤੇਰਾ ਪਿਤਾ। ਤੂੰ ਮੈਨੂੰ ਕਿਉਂ ਮਾਰਦਾ ਹੈ? ਮੇਰੇ ਕੋਲ ਕੁਝ ਡਬਲ ਰੋਟੀ ਹੈ, ਤੇਰੇ ਲਈ, ਤੇਰੇ ਲਈ। ਉਹ ਡਿੱਗ ਪਿਆ। ਉਹਦੀ ਮੁੱਠੀ 'ਚ ਅਜੇ ਵੀ ਰੋਟੀ ਦਾ ਇੱਕ ਟੁਕੜਾ ਸੀ। ਉਹਨੇ ਉਹ ਟੁਕੜਾ ਮੂੰਹ 'ਚ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਦੂਜੇ ਨੇ ਝਪੱਟਾ ਮਾਰ ਕੇ ਉਸ ਤੋਂ ਖੋਹ ਲਈ। ਬਜ਼ੁਰਗ ਨੇ ਫੇਰ ਕੁਝ ਕਿਹਾ ਤੇ ਉਹਨੇ ਇੱਕ ਹੌਕੇ ਵਰਗੀ ਚੀਕ ਮਾਰੀ ਤੇ ਉਹ ਗੁਜ਼ਰ ਗਿਆ। 2 ਬੰਦੇ ਉਹਦੇ ਉੱਤੇ ਚੜੇ ਹੋਏ ਸਨ। ਬਾਕੀ ਹੋਰ ਵੀ ਆ ਗਏ। ਜਦੋਂ ਪਿਛਾਂ ਹਟੇ ਤਾਂ ਮੇਰੇ ਸਾਹਮਣੇ 2 ਲਾਸ਼ਾਂ ਪਈਆਂ ਸਨ, ਇੱਕ ਪਿਓ ਦੀ, ਦੂਸਰੀ ਉਹਦੇ ਪੁੱਤਰ ਦੀ। ਮੈਂ 15 ਸਾਲਾਂ ਦਾ ਸਾਂ। ਸਾਡੇ ਡੱਬੇ 'ਚ ਮੇਰੇ ਪਿਤਾ ਜੀ ਦਾ ਇੱਕ ਦੋਸਤ ਸੀ, ਮੀਰ ਕਾਟੇਜ। ਉਹ ਬੂਨਾਂ 'ਚ ਇੱਕ ਮਾਲੀ ਵਜੋਂ ਕੰਮ ਕਰਦਾ ਹੁੰਦਾ ਸੀ। ਕਦੇ-ਕਦੇ ਉਹ ਹਰੀਆਂ ਸਬਜ਼ੀਆਂ ਲਿਆਇਆ ਕਰਦਾ ਸੀ। ਉਹ ਸਾਡੇ ਸਾਰਿਆਂ ਨਾਲੋਂ ਘੱਟ ਭੁੱਖਾ ਰਹਿਣ ਕਰਕੇ ਕੈਦ ਵਿੱਚ ਸਾਡੇ ਨਾਲੋਂ ਘੱਟ ਦੁਖੀ ਹੋਇਆ ਸੀ, ਕਿਉਂਕਿ ਸਾਡੇ ਸਾਰਿਆਂ ਵਿੱਚੋਂ ਵੱਧ ਤਕੜਾ ਹੋਣ ਕਰਕੇ ਉਹਨੂੰ ਸਾਡੇ ਡੱਬੇ ਦਾ ਇੰਚਾਰਜ ਬਣਾ ਦਿੱਤਾ ਸੀ। ਸਾਡੇ ਸਫ਼ਰ ਦੀ ਤੀਜੀ ਰਾਤ ਨੂੰ ਮੈਨੂੰ ਅਚਾਨਕ ਜਾਗ ਆਈ ਤਾਂ ਮੈਨੂੰ ਲੱਗਿਆ ਕਿ ਕੋਈ 2 ਮੇਰੇ ਗਲੇ ਤੋਂ ਮੇਰਾ ਸੰਗ ਘੁੱਟ ਰਹੇ ਹਨ। ਮੇਰੇ ਕੋਲ ਇੰਨਾ ਸਮਾਂ ਵੀ ਨਹੀਂ ਸੀ ਕਿ ਮੈਂ ਚੀਕ ਸਕਦਾ, ਪਰ ਫਿਰ ਵੀ ਮੈਂ ਚੀਕ ਕੇ ਕਿਹਾ, ਪਿਤਾ ਜੀ। ਮੇਰੇ ਮੂੰਹੋਂ ਇਹੀ ਸ਼ਬਦ ਨਿਕਲ ਸਕਿਆ। ਮੇਰਾ ਸਾਹ ਘੁੱਟਣ ਲੱਗ ਪਿਆ ਸੀ, ਪਰ ਮੇਰੇ ਪਿਤਾ ਨੇ ਉਸ ਹਮਲਾਵਰ ਨੂੰ ਫੜ ਲਿਆ। ਉਹ ਇੰਨੇ ਕਮਜ਼ੋਰ ਹੋ ਚੁੱਕੇ ਸਨ ਕਿ ਉਹਨਾਂ ਨੇ ਉਸ ਹਮਲਾਵਰ ਨੂੰ ਨਹੀਂ ਸੀ ਰੋਕ ਸਕਣਾ। ਉਹਨਾਂ ਨੂੰ ਮੀਰ ਕਾਟੇਜ ਦਾ ਖਿਆਲ ਆਇਆ। ਇੱਧਰ ਆ, ਛੇਤੀ ਆ, ਕੋਈ ਮੇਰੇ ਬੇਟੇ ਦਾ ਗਲਾ ਘੁੱਟ ਰਿਹਾ ਹੈ। ਕੁਝ ਪਲਾਂ ਪਿੱਛੋਂ ਮੈਨੂੰ ਛੁਡਾ ਦਿੱਤਾ ਗਿਆ। ਮੈਨੂੰ ਅੱਜ ਤੱਕ ਨਹੀਂ ਪਤਾ ਲੱਗਾ ਕਿ ਉਹ ਮੈਨੂੰ ਮਾਰਨਾ ਕਿਉਂ ਚਾਹੁੰਦਾ ਸੀ। ਕੁਝ ਦਿਨਾਂ ਪਿੱਛੋਂ ਮੀਰ ਕਾਟੇਜ ਮੇਰੇ ਪਿਤਾ ਜੀ ਨਾਲ ਗੱਲਾਂ ਕਰ ਰਿਹਾ ਸੀ। ਚਲੋਮੋ, ਮੈਂ ਹੁਣ ਕਮਜ਼ੋਰ ਹੋ ਰਿਹਾ। ਮੇਰੇ 'ਚ ਹੁਣ ਤਾਕਤ ਨਹੀਂ ਰਹੀ। ਮੈਂ ਹੁਣ ਹੋਰ ਸਹਿ ਨਹੀਂ ਸਕਦਾ। ਆਪਣੇ ਆਪ ਨੂੰ ਇੰਨਾ ਕਮਜ਼ੋਰ ਨਹੀਂ ਕਰੀਦਾ। ਮੇਰੇ ਪਿਤਾ ਨੇ ਕਿਹਾ ਸੀ। ਉਹ ਉਹਨੂੰ ਹੌਸਲਾ ਦੇ ਰਹੇ ਸਨ। ਆਪਣੇ ਆਪ ਨੂੰ ਸੰਭਾਲ, ਆਪਣੇ ਆਪ 'ਚ ਭਰੋਸਾ ਕਾਇਮ ਰੱਖ। ਪਰ ਮੀਰ ਕਾਟੇਜ ਨੇ ਜਵਾਬ 'ਚ ਇੱਕ ਹੌਕਾ ਲਿਆ, ਮੇਰੇ ਕੋਲੋਂ ਹੁਣ ਨਹੀਂ ਹੋ ਸਕਦਾ। ਚਲੋਮੋ, ਮੈਂ ਕੀ ਕਰ ਸਕਦਾ? ਮੈਥੋਂ ਹੋਰ ਨਹੀਂ। ਮੇਰੇ ਪਿਤਾ ਨੇ ਉਹਦੀ ਬਾਂਹ ਫੜ ਲਈ ਤੇ ਮੀਰ ਕਾਟੇਜ, ਉਹ ਤਕੜਾ ਬੰਦਾ, ਸਾਡੇ ਸਾਰਿਆਂ ਨਾਲੋਂ ਜਿਹੜਾ ਤਕੜਾ ਹੁੰਦਾ ਸੀ, ਰੋਣ ਲੱਗ ਪਿਆ। ਉਹਦੇ ਪੁੱਤਰ ਨੂੰ ਪਹਿਲੀ ਚੋਣ ਵਿੱਚ ਹੀ ਉਹਦੇ ਸਾਹਮਣੇ ਲੈ ਗਏ ਸਨ, ਪਰ ਹੁਣ ਉਹ ਕਿਧਰੇ ਜਾ ਕੇ ਰੋਇਆ ਸੀ। ਹੁਣ ਜਾ ਕੇ ਉਹ ਫਿੱਸਿਆ ਸੀ। ਉਹ ਹੁਣ ਖਤਮ ਸੀ, ਜਿਵੇਂ ਰੱਸੀ ਦੇ ਅਖੀਰ ਤੇ ਹੋਵੇ। ਸਫ਼ਰ ਦੇ ਅਖੀਰਲੇ ਦਿਨ ਬੜੀ ਤੇਜ਼ ਭਿਆਨਕ ਜਿਹੀ ਹਵਾ ਚੱਲਣ ਲੱਗ ਪਈ। ਬਿਨਾਂ ਰੁਕੇ ਬਰਫ਼ ਪੈ ਰਹੀ ਸੀ। ਸਾਨੂੰ ਲੱਗਿਆ ਕਿ ਹੁਣ ਸਾਡਾ ਅੰਤ ਨੇੜੇ ਸੀ, ਉਹ ਵੀ ਅਸਲੀ ਅੰਤ। ਅਸੀਂ ਇਹਨਾਂ ਤੇਜ਼ ਠੰਡੀਆਂ ਹਵਾਵਾਂ ਦਾ ਮੁਕਾਬਲਾ ਨਹੀਂ ਸੀ ਕਰ ਸਕਣਾ। ਕੋਈ ਉੱਠਿਆ ਤੇ ਉਹਨੇ ਉੱਚੀ ਆਵਾਜ਼ 'ਚ ਕਿਹਾ, ਸਾਨੂੰ ਇਹੋ ਜਿਹੇ ਸਮੇਂ ਬੈਠ ਨਹੀਂ ਰਹਿਣਾ ਚਾਹੀਦਾ, ਇਉਂ ਅਸੀਂ ਜੰਮ ਕੇ ਮਰ ਜਾਵਾਂਗੇ। ਆਓ ਸਾਰੇ ਉੱਠੀਏ ਤੇ ਉੱਠ ਕੇ ਮਾੜਾ ਮੋਟਾ ਤੁਰੀਏ ਫਿਰੀਏ। ਅਸੀਂ ਸਾਰੇ ਉੱਠ ਕੇ ਖੜੇ ਹੋ ਗਏ।
ਅਸੀਂ ਆਪਣੇ ਗਿੱਲੇ ਕੰਬਲ ਆਪਣੇ ਦੁਆਲੇ ਹੋਰ ਕੱਸ ਲਏ ਸਨ। ਅਸੀਂ ਆਪਣੇ ਆਪ ਹਿੰਮਤ ਕਰਕੇ ਜ਼ਬਰਦਸਤੀ ਕੁਝ ਕਦਮ ਪੁੱਟੇ ਤੇ ਜਿੱਥੇ ਅਸੀਂ ਪਹੁੰਚੇ ਉੱਥੋਂ ਮੁੜ ਪਏ। ਅਚਾਨਕ ਡੱਬੇ 'ਚੋਂ ਇੱਕ ਚੀਕ ਸੁਣਾਈ ਦਿੱਤੀ, ਜਿਵੇਂ ਕੋਈ ਜ਼ਖਮੀ ਜਾਨਵਰ ਕੁਰਲਾਉਂਦਾ ਹੋਵੇ। ਕੋਈ ਮਰ ਗਿਆ ਸੀ ਹੁਣੇ। ਬਾਕੀ ਲੋਕਾਂ ਨੇ ਮਹਿਸੂਸ ਕੀਤਾ ਕਿ ਹੁਣ ਉਹ ਵੀ ਮਰ ਜਾਣਗੇ। ਉਹਨਾਂ ਨੇ ਉਸੇ ਚੀਕ ਵਰਗੀ ਚੀਕ ਮਾਰਨੀ ਚਾਹੀ ਤੇ ਇਹਨਾਂ ਦੀਆਂ ਚੀਕਾਂ ਕਿਸੇ ਕਬਰ ਦੇ ਦੂਰੋਂ ਆਉਂਦੀਆਂ ਲੱਗਦੀਆਂ ਸਨ। ਛੇਤੀ ਹਰ ਕੋਈ ਚੀਕਾਂ ਮਾਰਨ ਲੱਗ ਪਿਆ। ਹੌਕੇ, ਚੀਕ ਚਿਹਾੜਾ, ਇਉਂ ਲੱਗਦਾ ਸੀ ਜਿਵੇਂ ਬਰਫ਼ ਤੇ ਠੰਡੀਆਂ ਹਵਾਵਾਂ ਵਿੱਚ ਦੁੱਖ ਖਿੱਲਰ ਗਿਆ ਹੋਵੇ। ਇਹੋ ਚੀਕ ਚਿਹਾੜਾ ਕਿਸੇ ਛੂਤ ਦੀ ਬਿਮਾਰੀ ਵਾਂਗ ਦੂਜੇ ਡੱਬਿਆਂ ਤੱਕ ਵੀ ਫੈਲ ਗਿਆ। ਸੈਂਕੜੇ ਚੀਕਾਂ ਇੱਕੋ ਵਾਰ ਉੱਭਰਨ ਲੱਗ ਪਈਆਂ। ਪਤਾ ਨਹੀਂ ਕਿਸ ਦੇ ਵਿਰੋਧ ਵਿੱਚ ਅਸੀਂ ਚੀਕਾਂ ਮਾਰ ਰਹੇ ਸਾਂ ਤੇ ਕਿਉਂ। ਇੱਕ ਮੌਤ ਦੀ ਚੀਕ ਸੀ, ਪੂਰੇ ਸਮੂਹ ਦੀ, ਜਿਨ੍ਹਾਂ ਨੂੰ ਲੱਗਦਾ ਸੀ ਉਹਨਾਂ ਦਾ ਅੰਤ ਹੁਣ ਨੇੜੇ ਹੀ ਹੈ। ਸਾਰੀਆਂ ਹੱਦਾਂ ਪਾਰ ਹੋ ਚੁੱਕੀਆਂ ਸਨ। ਕਿਸੇ ਵਿੱਚ ਕੋਈ ਤਾਕਤ ਨਹੀਂ ਸੀ ਰਹੀ ਤੇ ਹੁਣ ਇਹ ਰਾਤ ਵੀ ਲੰਮੀ ਹੋਏਗੀ। ਮੀਰ ਕਾਟਜ ਨੇ ਹੌਕਾ ਲਿਆ। ਉਹ ਸਾਨੂੰ ਇੱਕੋ ਵਾਰੀ ਸਾਰਿਆਂ ਨੂੰ ਗੋਲੀ ਕਿਉਂ ਨਹੀਂ ਮਾਰਦੇ? ਉਸੇ ਸ਼ਾਮ ਅਸੀਂ ਆਪਣੇ ਟਿਕਾਣੇ 'ਤੇ ਪਹੁੰਚ ਗਏ ਸਾਂ। ਬਹੁਤ ਰਾਤ ਹੋ ਚੁੱਕੀ ਸੀ। ਗਾਰਡ ਸਾਨੂੰ ਗੱਡੀ ਤੋਂ ਉਤਾਰਨ ਲਈ ਪਹੁੰਚ ਗਏ। ਮੁਰਦਿਆਂ ਨੂੰ ਗੱਡੀ ਦੇ ਡੱਬਿਆਂ 'ਚ ਹੀ ਪਏ ਰਹਿਣ ਦਿੱਤਾ ਗਿਆ। ਜਿਹੜੇ ਖੜੇ ਹੋ ਸਕਦੇ ਸਨ ਉਹੀ ਬਾਹਰ ਆ ਸਕੇ। ਮੀਰ ਕਾਟੇਜ ਤਾਂ ਡੱਬੇ ਦੇ ਅੰਦਰ ਹੀ ਰਿਹਾ। ਅਖੀਰਲਾ ਦਿਨ ਤਾਂ ਜਿਵੇਂ ਮੌਤਾਂ ਵਾਲਾ ਦਿਨ ਹੀ ਸੀ। ਅਸੀਂ ਸੈਂਕੜੇ ਲੋਕ ਗੱਡੀ 'ਤੇ ਚੜ੍ਹੇ ਹੋਵਾਂਗੇ ਤੇ ਹੁਣ ਉਤਰ ਰਹੇ ਸਨ, ਕੁਝ ਦਰਜਨ। ਉਹਨਾਂ ਵਿੱਚ ਮੈਂ ਤੇ ਪਿਤਾ ਜੀ। ਅਸੀਂ ਬੁਕਨਵਾਲਡ ਪਹੁੰਚ ਗਏ ਸਾਂ। ਕੈਂਪ ਦੇ ਵੱਡੇ ਗੇਟ 'ਤੇ ਜਰਮਨ ਅਫਸਰ ਸਾਨੂੰ ਉਡੀਕ ਰਹੇ ਸਨ। ਉਹਨਾਂ ਸਾਡੀ ਗਿਣਤੀ ਕੀਤੀ। ਫਿਰ ਸਾਨੂੰ ਇੱਕ ਚੌਕ 'ਚ ਜਾ ਕੇ ਇਕੱਠੇ ਹੋਣ ਲਈ ਕਿਹਾ ਗਿਆ। ਸਾਰੇ ਹੁਕਮ ਲਾਊਡ ਸਪੀਕਰਾਂ ਰਾਹੀਂ ਦਿੱਤੇ ਗਏ। 5 ਕਤਾਰਾਂ, 100 ਦੇ ਗਰੁੱਪ ਬਣਾਓ। ਹੁਣ 5 ਕਦਮ ਅੱਗੇ ਚੱਲੋ। ਮੈਂ ਆਪਣੇ ਪਿਤਾ ਦਾ ਹੱਥ ਘੁੱਟ ਕੇ ਫੜਿਆ ਹੋਇਆ ਸੀ। ਪੁਰਾਣਾ ਡਰ ਕਿਧਰੇ ਮੈਥੋਂ ਉਹ ਦੂਰ ਨਾ ਚਲੇ ਜਾਣ। ਸਾਡੇ ਸਾਹਮਣੇ ਨੇੜੇ ਹੀ ਭੱਠੀਆਂ ਵਾਲੀਆਂ ਉੱਚੀਆਂ ਚਿਮਨੀਆਂ ਸਨ। ਇਸ ਨਾਲ ਸਾਨੂੰ ਹੁਣ ਕੋਈ ਫਰਕ ਨਹੀਂ ਸੀ ਪੈਂਦਾ। ਹੁਣ ਤਾਂ ਇਹ ਸਾਡਾ ਧਿਆਨ ਵੀ ਨਹੀਂ ਸਨ ਖਿੱਚਦੀਆਂ। ਬੁਕਨਵਾਲਡ ਦੇ ਇੱਕ ਪੁਰਾਣੇ ਕੈਦੀ ਨੇ ਸਾਨੂੰ ਦੱਸਿਆ ਕਿ ਪਹਿਲਾਂ ਨਹਾ ਕੇ ਫੇਰ ਹੀ ਬਲਾਕ ਤੱਕ ਜਾਣ ਦਿੱਤਾ ਜਾਏਗਾ। ਨਹਾਉਣ ਵਾਲਾ ਖਿਆਲ ਮੈਨੂੰ ਚੰਗਾ ਲੱਗਾ। ਪਿਤਾ ਜੀ ਚੁੱਪ ਸਨ। ਉਹਨਾਂ ਨੂੰ ਮੇਰੇ ਨੇੜੇ ਹੀ ਔਖਾ ਸਾਹ ਆਉਣ ਲੱਗ ਪਿਆ ਸੀ। ਪਿਤਾ ਜੀ, ਮੈਂ ਕਿਹਾ, ਬਸ ਕੁਝ ਪਲ ਹੋਰ ਤੇ ਫਿਰ ਅਸੀਂ ਬਿਸਤਰੇ 'ਚ ਪਏ ਹੋਵਾਂਗੇ। ਤੁਸੀਂ ਆਰਾਮ ਕਰਨਾ। ਉਹਨਾਂ ਕੋਈ ਜਵਾਬ ਨਹੀਂ ਸੀ ਦਿੱਤਾ। ਮੈਂ ਆਪ ਵੀ ਇੰਨਾ ਥੱਕ ਚੁੱਕਾ ਸਾਂ ਕਿ ਮੈਨੂੰ ਉਹਨਾਂ ਦੀ ਵਤੀਰੇ ਨੇ ਕੁਝ ਵੀ ਮਹਿਸੂਸ ਨਹੀਂ ਸੀ ਹੋਣ ਦਿੱਤਾ। ਮੇਰੀ ਹੁਣ ਇੱਕੋ ਇੱਛਾ ਸੀ ਕਿ ਗਰਮ ਪਾਣੀ ਨਾਲ ਨਹਾਇਆ ਜਾਏ ਤੇ ਫਿਰ ਬਿਸਤਰੇ 'ਤੇ ਲੇਟ ਜਾਈਏ। ਪਰ ਹੁਣ ਗੁਸਲਖਾਨਿਆਂ ਤੱਕ ਪਹੁੰਚਣਾ ਵੀ ਮੁਸ਼ਕਲ ਸੀ। ਸੈਂਕੜੇ ਕੈਦੀਆਂ ਦੀ ਭੀੜ ਉੱਥੇ ਜੁੜ ਚੁੱਕੀ ਸੀ। ਗਾਰਡ ਵੀ ਕੀ ਕਰ ਸਕਦੇ ਸਨ? ਉਹ ਵੀ ਕੋਈ ਲੋਕਾਂ ਨੂੰ ਲਾਈਨਾਂ 'ਚ ਨਹੀਂ ਸਨ ਰੱਖ ਸਕਦੇ। ਉਹ ਐਵੇਂ ਖੱਬੇ ਸੱਜੇ ਆਪਣੇ ਡੰਡੇ ਮਾਰ ਰਹੇ ਸਨ, ਜਿਸ ਦਾ ਕੋਈ ਅਸਰ ਨਹੀਂ ਸੀ ਨਜ਼ਰ ਆ ਰਿਹਾ। ਦੂਜਿਆਂ 'ਚ ਇੰਨੀ ਤਾਕਤ ਵੀ ਨਹੀਂ ਸੀ ਬਚੀ ਕਿ ਉਹ ਧੱਕਾ ਮਾਰ ਸਕਣ ਜਾਂ ਖੜੇ ਵੀ ਹੋ ਸਕਣ ਜਾਂ ਭਾਰੀ ਬਰਫ਼ ਵਾਲੀ ਪਰਤ 'ਤੇ ਬੈਠ ਸਕਣ। ਮੇਰੇ ਪਿਤਾ ਜੀ ਵੀ ਬੈਠਣਾ ਚਾਹੁੰਦੇ ਸਨ। ਉਹਨਾਂ ਨੇ ਔਖਾ ਸਾਹ ਲਿਆ। ਮੈਂ ਹੁਣ ਹੋਰ ਅੱਗੇ ਨਹੀਂ ਜਾ ਸਕਦਾ। ਮੇਰਾ ਇਹੀ ਅੰਤ ਹੈ। ਮੈਨੂੰ ਲੱਗਦਾ ਹੈ ਮੈਂ ਇੱਥੇ ਹੀ ਮਰਾਂਗਾ। ਉਹ ਮੈਨੂੰ ਇੱਕ ਬਰਫ਼ ਦੇ ਛੋਟੇ ਜਿਹੇ ਪਹਾੜ ਵੱਲ ਖਿੱਚ ਕੇ ਲੈ ਗਏ, ਜਿਸ ਵਿੱਚੋਂ ਕੁਝ ਬੰਦਿਆਂ ਦੇ ਅੰਗ ਬਾਹਰ ਨਿਕਲੇ ਦਿਖ ਰਹੇ ਸਨ ਤੇ ਇੱਧਰ ਉੱਧਰ ਪੁਰਾਣੇ ਕੰਬਲ ਤੇ ਕੱਪੜੇ ਵਗੈਰਾ ਖਿਲਰੇ ਪਏ ਸਨ। ਮੈਨੂੰ ਇੱਥੇ ਹੀ ਰਹਿਣ ਦੇ, ਤੂੰ ਚਲਾ ਜਾ, ਉਹਨਾਂ ਨੇ ਕਿਹਾ। ਮੇਰੇ ਕੋਲੋਂ ਹੋਰ ਅੱਗੇ ਨਹੀਂ ਤੁਰਿਆ ਜਾਂਦਾ। ਮੇਰੇ ਤੇ ਤਰਸ ਖਾ। ਮੈਂ ਇੱਥੇ ਉਡੀਕਾਂਗਾ। ਜਿੰਨਾ ਚਿਰ ਗੁਸਲਖਾਨੇ 'ਚ ਤੇਰੀ ਵਾਰੀ ਨਹੀਂ ਆਉਂਦੀ, ਤੂੰ ਇੱਥੇ ਹੀ ਆ ਕੇ ਮੈਨੂੰ ਲੱਭ ਲਈ। ਮੈਨੂੰ ਗੁੱਸੇ ਨਾਲ ਰੋਣਾ ਵੀ ਆ ਰਿਹਾ ਸੀ। ਅਸੀਂ ਇੰਨਾ ਕੁਝ ਸਹਿ ਚੁੱਕੇ ਸਾਂ ਇਕੱਠੇ। ਹੁਣ ਮੈਂ ਆਪਣੇ ਪਿਤਾ ਨੂੰ ਮਰਨ ਲਈ ਇੱਥੇ ਕਿਵੇਂ ਛੱਡ ਦਿਆਂ? ਖਾਸ ਕਰ ਹੁਣ ਮੌਕਾ ਸੀ ਕਿ ਅਸੀਂ ਗਰਮ ਪਾਣੀ ਵਾਲੇ ਫੁਹਾਰੇ ਹੇਠਾਂ ਨਹਾ ਸਕੀਏ ਤਾਂ ਫਿਰ ਆਰਾਮ ਨਾਲ ਲੇਟ ਸਕੀਏ। ਪਿਤਾ ਜੀ, ਮੈਂ ਉੱਚੀ ਚੀਕਿਆ, ਪਿਤਾ ਜੀ, ਇੱਥੋਂ ਉੱਠ ਜਾਓ, ਹੁਣੇ ਉੱਠੋ। ਤੁਸੀਂ ਆਪਣੇ ਆਪ ਨੂੰ ਮਾਰ ਰਹੇ ਹੋ। ਮੈਂ ਉਹਨਾਂ ਨੂੰ ਬਾਹੋਂ ਫੜ ਲਿਆ, ਪਰ ਉਹ ਹੁੰਗਰ ਮਾਰਦੇ ਰਹੇ। ਬੇਟਾ, ਚੀਕੋ ਨਾ। ਆਪਣੇ ਬੁੱਢੇ ਪਿਤਾ 'ਤੇ ਰਹਿਮ ਕਰ। ਮੈਨੂੰ ਇੱਥੇ ਆਰਾਮ ਕਰਨ ਲਈ ਛੱਡ ਦੇ, ਥੋੜ੍ਹੀ ਦੇਰ ਲਈ। ਮੈਂ ਇੰਨਾ ਥੱਕ ਚੁੱਕਿਆ, ਮੇਰੇ 'ਚ ਕੋਈ ਤਾਕਤ ਨਹੀਂ ਰਹੀ।
ਉਹ ਇੱਕ ਬੱਚੇ ਵਾਂਗ ਸਨ, ਕਮਜ਼ੋਰ, ਹੌਲ ਦਿਲੇ ਤੇ ਸਾਹ ਸੱਤ ਤੋਂ ਬਿਨਾਂ। ਪਿਤਾ ਜੀ, ਮੈਂ ਕਿਹਾ, ਤੁਸੀਂ ਇੱਥੇ ਨਹੀਂ ਰਹਿ ਸਕਦੇ। ਮੈਂ ਉਹਨਾਂ ਨੂੰ ਚਾਰੇ ਪਾਸੇ ਪਏ ਮੁਰਦਿਆਂ ਵੱਲ ਇਸ਼ਾਰਾ ਕੀਤਾ। ਇਹ ਵੀ ਇੱਥੇ ਹੀ ਆਰਾਮ ਕਰਨਾ ਚਾਹੁੰਦੇ ਸਨ। ਮੈਨੂੰ ਇਹ ਦਿਸਦੇ ਨੇ, ਮੈਂ ਇਹਨਾਂ ਨੂੰ ਦੇਖ ਸਕਦਾ। ਇਹਨਾਂ ਨੂੰ ਸੁੱਤੇ ਰਹਿਣ ਦੇ। ਕਿੰਨਾ ਚਿਰ ਹੋ ਗਿਆ ਜਦੋਂ ਉਹਨਾਂ ਨੇ ਅੱਖਾਂ ਮੀਟੀਆਂ ਸਨ। ਇਹ ਥੱਕ ਚੁੱਕੇ ਨੇ ਵਿਚਾਰੇ। ਉਹਨਾਂ ਦੀ ਆਵਾਜ਼ ਬੜੀ ਸੂਖਮ ਸੀ। ਮੈਂ ਹਵਾ ਤੋਂ ਵੀ ਆਵਾਜ਼ ਉੱਚੀ ਕਰਕੇ ਕਿਹਾ, ਹੁਣ ਤਾਂ ਕਦੇ ਵੀ ਨਹੀਂ ਉੱਠਣਗੇ, ਕਦੇ ਵੀ ਨਹੀਂ। ਕੀ ਤੁਹਾਨੂੰ ਸਮਝ ਨਹੀਂ? ਕਾਫੀ ਲੰਮੇ ਸਮੇਂ ਤੱਕ ਇਹ ਵਾਦ ਵਿਵਾਦ ਛਿੜਿਆ ਰਿਹਾ। ਮੈਨੂੰ ਲੱਗ ਰਿਹਾ ਸੀ ਕਿ ਜਿਵੇਂ ਉਹਨਾਂ ਨਾਲ ਮੈਂ ਇਹ ਬਹਿਸ ਨਹੀਂ ਸੀ ਕਰ ਰਿਹਾ, ਪਰ ਮੇਰੀ ਗੱਲ ਮੌਤ ਨਾਲ ਹੋ ਰਹੀ ਸੀ, ਉਸ ਮੌਤ ਨਾਲ ਜਿਹੜੀ ਉਹਨਾਂ ਨੇ ਆਪ ਚੁਣ ਲਈ ਸੀ। ਸਾਇਰਨ ਵੱਜਣੇ ਸ਼ੁਰੂ ਹੋ ਗਏ। ਇੱਕ ਚੇਤਾਵਨੀ। ਸਾਰੇ ਕੈਂਪ ਦੀ ਬਿਜਲੀ ਬੰਦ। ਗਾਰਡਾਂ ਨੇ ਸਾਨੂੰ ਬਲਾਕਾਂ ਵੱਲ ਧੱਕਣਾ ਸ਼ੁਰੂ ਕਰ ਦਿੱਤਾ। ਕੁਝ ਸਕਿੰਟਾਂ 'ਚ ਉਸ ਚੌਕ 'ਚ ਕੋਈ ਵੀ ਨਹੀਂ ਸੀ ਰਹਿ ਗਿਆ। ਅਸੀਂ ਖੁਸ਼ ਸਾਂ ਕਿ ਹੁਣ ਸਾਨੂੰ ਬਰਫਾਨੀ ਠੰਡੀ ਤੇਜ਼ ਹਵਾ 'ਚ ਹੋਰ ਨਹੀਂ ਰਹਿਣਾ ਪਏਗਾ। ਅਸੀਂ ਆ ਕੇ ਲੱਕੜ ਦੇ ਫੱਟਿਆਂ 'ਤੇ ਡਿੱਗ ਪਏ ਸਾਂ। ਇਹ ਬਿਸਤਰੇ ਕਈ ਮੰਜ਼ਲੇ ਸਨ। ਬੂਹੇ ਨੇੜੇ ਸੂਪ ਵਾਲੇ ਪਤੀਲਿਆਂ 'ਤੇ ਕਿਸੇ ਦੀ ਨਜ਼ਰ ਨਹੀਂ ਪਈ। ਸੌਣਾ ਸਭ ਲਈ ਸਭ ਤੋਂ ਜ਼ਰੂਰੀ ਕੰਮ ਸੀ। ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਕਾਫੀ ਦਿਨ ਚੜ੍ਹ ਆਇਆ ਸੀ। ਫਿਰ ਮੈਨੂੰ ਖਿਆਲ ਆਇਆ, ਮੇਰੇ ਪਿਤਾ ਜੀ। ਚੇਤਾਵਨੀ ਦੇ ਹੂਟਰ ਪਿੱਛੋਂ ਮੈਂ ਭੀੜ ਦੇ ਨਾਲ ਤੁਰ ਪਿਆ ਤੇ ਆਪਣੇ ਪਿਤਾ ਬਾਰੇ ਭੁੱਲ ਗਿਆ। ਮੈਨੂੰ ਪਤਾ ਸੀ ਕਿ ਉਹ ਅੰਤ ਦੇ ਨੇੜੇ ਸਨ, ਫਿਰ ਵੀ ਉਹਨਾਂ ਨੂੰ ਛੱਡ ਕੇ ਤੁਰ ਪਿਆ ਸਾਂ। ਮੈਂ ਉਹਨਾਂ ਨੂੰ ਲੱਭਣ ਤੁਰ ਪਿਆ, ਪਰ ਉਸੇ ਪਲ ਹੀ ਮੇਰੇ ਦਿਮਾਗ 'ਚ ਖਿਆਲ ਆਇਆ, ਮੈਨੂੰ ਉਹਨਾਂ ਨੂੰ ਹੁਣ ਲੱਭਣਾ ਨਹੀਂ ਚਾਹੀਦਾ। ਜੇ ਮੈਂ ਇਸ ਭਾਰ ਤੋਂ ਕਿਵੇਂ ਨਾ ਕਿਵੇਂ ਆਪਣਾ ਖਹਿੜਾ ਛੁਡਾ ਲਵਾਂ ਤਾਂ ਕਿ ਮੈਂ ਆਪਣੀ ਤਾਕਤ ਆਪਣੇ ਜਿਉਂਦਾ ਰਹਿਣ ਲਈ ਵਰਤਾਂਗਾ, ਤੇ ਮੈਨੂੰ ਸਿਰਫ ਮੇਰਾ ਖਿਆਲ ਹੀ ਰੱਖਣਾ ਪਏਗਾ। ਮੈਨੂੰ ਇੱਕਦਮ ਬੜੀ ਸ਼ਰਮ ਆਈ ਤੇ ਮੈਂ ਹਮੇਸ਼ਾ ਲਈ ਸ਼ਰਮਿੰਦਾ ਹੋ ਗਿਆ। ਮੈਂ ਘੰਟਿਆਂ ਬੱਧੀ ਤੁਰਦਾ ਰਿਹਾ, ਪਰ ਉਹ ਮੈਨੂੰ ਨਹੀਂ ਲੱਭੇ। ਫਿਰ ਮੈਂ ਉਸ ਬਲਾਕ ਤੱਕ ਗਿਆ ਜਿੱਥੇ ਉਹ ਕਾਲੀ ਕੌਫੀ ਵੰਡ ਰਹੇ ਸਨ। ਲੋਕੀ ਆਪਸ 'ਚ ਲੜ ਭਿੜ ਰਹੇ ਸਨ। ਤਾਂ ਉਸ ਵੇਲੇ ਮੈਨੂੰ ਇੱਕ ਅਜਿਹੀ ਆਵਾਜ਼ ਸੁਣਾਈ ਦਿੱਤੀ ਜਿਹਨੇ ਮੈਨੂੰ ਕੰਗਰੋੜ ਤੱਕ ਝੰਜੋੜ ਦਿੱਤਾ। ਇਲੀਜ਼ਰ ਬੇਟੇ, ਮੇਰੇ ਲਈ ਇੱਕ ਘੁੱਟ ਕੌਫੀ ਲਿਆ। ਮੈਂ ਉੱਧਰ ਵੱਲ ਦੌੜਿਆ। ਪਿਤਾ ਜੀ, ਮੈਂ ਕਦੋਂ ਦਾ ਤੁਹਾਨੂੰ ਲੱਭ ਰਿਹਾ। ਤੁਸੀਂ ਕਿੱਥੇ ਸੀ? ਕੀ ਤੁਹਾਨੂੰ ਨੀਂਦ ਆਈ? ਹੁਣ ਕੀ ਹਾਲ ਹੈ ਤੁਹਾਡਾ? ਉਹਨਾਂ ਦਾ ਸਰੀਰ ਬੁਖਾਰ ਨਾਲ ਤਪ ਰਿਹਾ ਸੀ। ਕਿਸੇ ਜਾਨਵਰ ਵਾਂਗ ਕੌਫੀ ਲਈ ਮੈਂ ਭੀੜ 'ਚ ਆਪਣਾ ਰਸਤਾ ਬਣਾਉਣ ਲੱਗ ਪਿਆ ਸੀ ਤੇ ਮੈਂ ਕੌਫੀ ਵਾਲੇ ਪਤੀਲੇ ਕੋਲ ਪਹੁੰਚ ਗਿਆ ਤੇ ਮੈਂ ਇੱਕ ਕੱਪ ਕੌਫੀ ਲੈ ਆਇਆ। ਮੈਂ ਇੱਕ ਘੁੱਟ ਭਰੀ, ਬਾਕੀ ਮੇਰੇ ਪਿਤਾ ਲਈ ਸੀ। ਜਿਹੜੀ ਮੈਂ ਉਸ ਵੇਲੇ ਧੰਨਵਾਦੀ ਚਮਕ ਉਹਨਾਂ ਦੀਆਂ ਅੱਖਾਂ 'ਚ ਵੇਖੀ, ਉਹ ਨਿਗਲ ਗਏ ਸਨ। ਕਿਸੇ ਜਾਨਵਰ ਵਰਗਾ ਵਤੀਰਾ। ਕੁਝ ਘੁੱਟਾਂ ਗਰਮ ਪਾਣੀ ਦੀਆਂ। ਸ਼ਾਇਦ ਉਹਨਾਂ ਘੁੱਟਾਂ ਨੇ ਉਹਨਾਂ ਨੂੰ ਇੰਨੀ ਤਸੱਲੀ ਦਿੱਤੀ ਜਿਹੜੀ ਮੈਂ ਆਪਣੇ ਸਾਰੇ ਬਚਪਨ ਵਿੱਚ ਵੀ ਨਹੀਂ ਸੀ ਲਿਆ ਸਕਿਆ। ਉਹ ਜਿਉਂਦੇ ਜਾਗਦੇ ਇੱਕ ਫੱਟੇ 'ਤੇ ਪਏ ਹੋਏ ਸਨ। ਉਹਨਾਂ ਦੇ ਬੁੱਲ੍ਹ ਪੀਲੇ ਪੈ ਚੁੱਕੇ ਸਨ ਤੇ ਉਹਨਾਂ 'ਤੇ ਸਿੱਕਰੀ ਆ ਚੁੱਕੀ ਸੀ। ਮੈਨੂੰ ਭੁਚਾਲ ਵਰਗੇ ਝਟਕੇ ਮਹਿਸੂਸ ਹੋਏ। ਮੈਂ ਉਹਨਾਂ ਵੱਲ ਬਹੁਤਾ ਚਿਰ ਨਹੀਂ ਸੀ ਵੇਖ ਸਕਿਆ। ਹੁਕਮ ਹੋਏ ਕਿ ਉਹ ਥਾਂ ਸਫਾਈ ਕਰਨ ਲਈ ਖਾਲੀ ਕਰਤੀ ਜਾਏ। ਸਿਰਫ ਬਿਮਾਰ ਲੋਕ ਹੀ ਪਿੱਛੇ ਰਹਿ ਸਕਦੇ ਸਨ। ਅਸੀਂ ਕਈ ਘੰਟੇ ਬਾਹਰ ਹੀ ਬੈਠੇ ਰਹੇ। ਸੂਪ ਵੀ ਦਿੱਤਾ ਗਿਆ। ਜਿਉਂ ਹੀ ਸਾਨੂੰ ਸਾਡੇ ਬਲਾਕ ਵੱਲ ਪਰਤਣ ਲਈ ਕਿਹਾ ਗਿਆ, ਮੈਂ ਝੱਟ ਆਪਣੇ ਪਿਤਾ ਵੱਲ ਦੌੜ ਪਿਆ। ਕੀ ਤੁਸੀਂ ਕੁਝ ਖਾਧਾ ਵੀ ਹੈ ਕਿ ਨਹੀਂ? ਨਹੀਂ। ਕਿਉਂ? ਉਹਨਾਂ ਸਾਨੂੰ ਕੁਝ ਵੀ ਨਹੀਂ ਸੀ ਦਿੱਤਾ। ਉਹਨਾਂ ਕਿਹਾ ਜੇ ਅਸੀਂ ਬਿਮਾਰ ਸਾਂ ਤੇ ਅਸੀਂ ਛੇਤੀ ਮਰ ਜਾਣਾ ਸੀ ਤਾਂ ਖਾਣਾ ਬਰਬਾਦ ਕਰਨ ਦਾ ਕੀ ਫਾਇਦਾ। ਮੈਂ ਹੁਣ ਹੋਰ ਨਹੀਂ ਸਹਿ ਸਕਦਾ। ਮੈਂ ਉਹਨਾਂ ਨੂੰ ਮੇਰਾ ਬਚਿਆ ਸੂਪ ਦਿੱਤਾ, ਪਰ ਉਹ ਵੀ ਮੈਂ ਬੜੇ ਅਣਮੰਨੇ ਮਨ ਨਾਲ। ਮੈਂ ਮਹਿਸੂਸ ਕੀਤਾ ਜਿਵੇਂ ਮੈਂ ਆਪਣੀ ਇੱਛਾ ਦੇ ਵਿਰੁੱਧ ਜਾ ਕੇ ਕੁਝ ਕਰ ਰਿਹਾ ਸਾਂ। ਇਹ ਕੋਈ ਉਸ ਤੋਂ ਚੰਗਾ ਨਹੀਂ ਸੀ ਜੋ ਕੁਝ ਵੀ ਰੱਬੀ ਏਲੀਆਹੂ ਦੇ ਪੁੱਤਰ ਨੇ ਉਸ ਲਈ ਕੀਤਾ ਸੀ। ਉਹ ਦਿਨ ਬ ਦਿਨ ਕਮਜ਼ੋਰ ਹੁੰਦੇ ਗਏ। ਉਹਨਾਂ ਦੀ ਅੱਖਾਂ 'ਚ ਅਜੀਬ ਜਿਹੀ ਛਾਂ ਉਤਰ ਆਈ। ਉਹਨਾਂ ਦੇ ਚਿਹਰੇ ਦੀ ਰੰਗਤ ਕਿਸੇ ਸੁੱਕੇ ਪੱਤੇ ਵਰਗੀ ਸੀ। ਬੁੱਕਨਵਾਲਡ 'ਚ ਅਜੇ 3 ਕੁ ਦਿਨ ਹੀ ਹੋਏ ਸਨ। ਹਰ ਇੱਕ ਨੂੰ ਫੁਹਾਰਿਆਂ ਥੱਲੇ ਜਾ ਕੇ ਨਹਾਉਣਾ ਪੈਂਦਾ ਸੀ। ਇੱਥੋਂ ਤੱਕ ਕਿ ਬਿਮਾਰਾਂ ਨੂੰ ਵੀ ਅਖੀਰ 'ਚ ਜਾਣਾ ਪੈਂਦਾ ਸੀ। ਫੁਹਾਰਿਆਂ ਹੇਠ ਨਹਾਉਣ ਤੋਂ ਪਿੱਛੋਂ ਸਾਨੂੰ ਬਹੁਤ ਦੇਰ ਬਾਹਰ ਖੜ੍ਹੇ ਰਹਿਣਾ ਪੈਂਦਾ ਸੀ। ਅਜੇ ਬਲਾਕ ਦੀ ਸਫਾਈ ਨਹੀਂ ਸੀ ਹੋਈ। ਜਦੋਂ ਦੂਰ ਆਪਣੇ ਪਿਤਾ ਨੂੰ ਦੇਖਿਆ ਤਾਂ ਮੈਂ ਉਹਨਾਂ ਵੱਲ ਦੌੜਿਆ, ਪਰ ਉਹ ਮੇਰੇ ਕੋਲ ਦੀ ਕਿਸੇ ਭੂਤ ਵਾਂਗ ਚਲੇ ਗਏ।
ਨਾ ਉਹ ਰੁਕੇ, ਨਾ ਉਹਨਾਂ ਮੇਰੇ ਵੱਲ ਵੇਖਿਆ। ਮੈਂ ਉਹਨਾਂ ਨੂੰ ਆਵਾਜ਼ਾਂ ਮਾਰੀਆਂ ਪਰ ਉਹ ਨਹੀਂ ਪਰਤੇ। ਮੈਂ ਉਹਨਾਂ ਦੇ ਪਿੱਛੇ ਦੌੜਿਆ। ਪਿਤਾ ਜੀ, ਤੁਸੀਂ ਕਿੱਧਰ ਜਾ ਰਹੇ ਹੋ? ਉਹਨਾਂ ਇੱਕ ਪਲ ਮੇਰੇ ਵੱਲ ਵੇਖਿਆ, ਪਰ ਉਹਨਾਂ ਦੀ ਨਿਗਾਹ ਦੂਰ ਕਿਧਰੇ ਟਿਕੀ ਹੋਈ ਸੀ, ਜਿਵੇਂ ਕਿਸੇ ਹੋਰ ਦਾ ਚਿਹਰਾ ਹੋਵੇ। ਇੱਕ ਪਲ ਪਿੱਛੋਂ ਉਹ ਫਿਰ ਉਸੇ ਪਾਸੇ ਵੱਲ ਦੌੜਨ ਲੱਗ ਪਏ ਸਨ। ਉਹਨਾਂ ਨੂੰ ਮਰੋੜ ਲੱਗ ਚੁੱਕੇ ਸਨ ਤੇ ਉਹ ਆਪਣੇ ਢਾਰੇ 'ਚ ਹੇਠਾਂ ਲੱਕੜ ਦੇ ਮੰਜੇ 'ਤੇ ਪਏ ਹੋਏ ਸਨ। ਉਹਨਾਂ ਨਾਲ 5 ਹੋਰ ਵੀ ਸਨ, ਆਪੋ ਆਪਣੇ ਮੰਜਿਆਂ 'ਚ। ਮੈਂ ਉਹਨਾਂ ਦਾ ਖਿਆਲ ਰੱਖਣ ਲਈ ਉਹਨਾਂ ਕੋਲ ਬੈਠ ਗਿਆ। ਮੈਨੂੰ ਹੁਣ ਭਰੋਸਾ ਇਹ ਹੋ ਗਿਆ ਸੀ ਕਿ ਉਹ ਦੁਬਾਰਾ ਮੌਤ ਤੋਂ ਇਸ ਵਾਰੀ ਨਹੀਂ ਬਚ ਸਕਣਗੇ। ਫਿਰ ਵੀ ਮੈਂ ਉਹਨਾਂ ਨੂੰ ਉਮੀਦ ਦੇਣ ਲਈ ਸਭ ਕੁਝ ਕਰ ਰਿਹਾ ਸਾਂ। ਫਿਰ ਵੀ ਅਚਾਨਕ ਉਹ ਉੱਚਾ ਉੱਠ ਕੇ ਆਪਣੇ ਬਿਮਾਰ ਬੁੱਲ੍ਹਾਂ ਨੂੰ ਮੇਰੇ ਕੰਨ ਕੋਲ ਲਿਜਾ ਕੇ ਕੁਝ ਕਹਿਣ ਦੀ ਕੋਸ਼ਿਸ਼ ਕਰ ਰਹੇ ਸਨ। ਇਲੀਜ਼ਰ, ਮੈਂ ਤੈਨੂੰ ਇੱਕ ਜ਼ਰੂਰੀ ਗੱਲ ਇਹ ਦੱਸਣੀ ਸੀ ਕਿ ਮੈਂ ਸੋਨਾ ਤੇ ਪੈਸੇ ਆਪਣੇ ਘਰ 'ਚ ਕਿੱਥੇ ਦੱਬੇ ਹੋਏ ਨੇ, ਹੇਠਾਂ, ਤੈਨੂੰ ਪਤਾ ਹੈ? ਫਿਰ ਉਹ ਹੋਰ ਤੇਜ਼ ਬੋਲਣ ਲੱਗ ਪਏ, ਜਿਵੇਂ ਉਹਨਾਂ ਕੋਲ ਮੈਨੂੰ ਦੱਸਣ ਲਈ ਹੋਰ ਸਮਾਂ ਨਹੀਂ ਸੀ ਰਿਹਾ। ਮੈਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਅੰਤ ਨਹੀਂ ਸੀ, ਕਿ ਅਸੀਂ ਦੋਵੇਂ ਇਕੱਠੇ ਘਰ ਜਾਵਾਂਗੇ, ਪਰ ਉਹ ਮੇਰੀ ਗੱਲ ਸੁਣਨ ਲਈ ਤਿਆਰ ਨਹੀਂ ਸਨ। ਉਹਨਾਂ ਮੇਰੀ ਕੋਈ ਵੀ ਗੱਲ ਸੁਣਨੀ ਬੰਦ ਕਰਤੀ। ਉਹ ਬੁਰੀ ਤਰ੍ਹਾਂ ਥੱਕ ਚੁੱਕੇ ਸਨ। ਉਹਨਾਂ ਦੇ ਥੁੱਕ ਨਾਲ ਇੱਕ ਖੂਨ ਦਾ ਤੁਪਕਾ ਉਹਨਾਂ ਦੇ ਬੁੱਲ੍ਹਾਂ ਤੱਕ ਆ ਗਿਆ ਸੀ। ਉਹਨਾਂ ਆਪਣੀਆਂ ਅੱਖਾਂ ਬੰਦ ਕਰ ਲਈਆਂ। ਉਹਨਾਂ ਨੂੰ ਰੁਕ ਰੁਕ ਕੇ ਸਾਹ ਆਉਣ ਲੱਗ ਪਿਆ। ਇੱਕ ਡਬਲ ਰੋਟੀ ਦੇ ਰਾਸ਼ਨ ਲਈ ਮੈਂ ਕਿਸੇ ਕੈਦੀ ਨਾਲ ਮੰਜਾ ਬਦਲ ਲਿਆ ਸੀ ਤੇ ਮੈਂ ਮੇਰੇ ਪਿਤਾ ਵਾਲੇ ਢਾਰੇ 'ਚ ਉਹਨਾਂ ਦੇ ਨੇੜੇ ਪਹੁੰਚ ਗਿਆ। ਦੁਪਹਿਰ ਪਿੱਛੋਂ ਇੱਕ ਡਾਕਟਰ ਆਇਆ। ਮੈਂ ਜਾ ਕੇ ਉਹਨੂੰ ਦੱਸਿਆ ਕਿ ਮੇਰੇ ਪਿਤਾ ਸਖਤ ਬਿਮਾਰ ਸਨ। ਉਹਨਾਂ ਨੂੰ ਇੱਥੇ ਲੈ ਕੇ ਆ। ਮੈਂ ਦੱਸਿਆ ਕਿ ਉਹ ਖੜੇ ਵੀ ਨਹੀਂ ਸੀ ਹੋ ਸਕਦੇ। ਉਹ ਡਾਕਟਰ ਮੇਰੀ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ। ਕਿਵੇਂ ਨਾ ਕਿਵੇਂ ਮੈਂ ਆਪਣੇ ਪਿਤਾ ਨੂੰ ਅਖੀਰ ਉਸ ਕੋਲ ਲੈ ਆਇਆ। ਉਸਨੇ ਉਹਨਾਂ ਵੱਲ ਦੇਖਿਆ ਤੇ ਬੜੀ ਤੇਜ਼ ਤੇ ਤਿੱਖੀ ਆਵਾਜ਼ 'ਚ ਕਿਹਾ, ਤੈਨੂੰ ਕੀ ਚਾਹੀਦਾ ਹੈ? ਮੇਰੇ ਪਿਤਾ ਜੀ ਬਿਮਾਰ ਨੇ। ਉਹਨਾਂ ਨੂੰ ਜਵਾਬ ਦਿੱਤਾ, ਮਰੋੜ, ਇਹ ਮੇਰਾ ਕੰਮ ਨਹੀਂ, ਮੈਂ ਸਰਜਨ ਹਾਂ, ਹਟੋ ਪਰੇ, ਦੂਜਿਆਂ ਨੂੰ ਅੱਗੇ ਆਉਣ ਦਿਓ। ਬਹਿਸ ਕਰਨ ਦਾ ਕੋਈ ਫਾਇਦਾ ਨਹੀਂ ਸੀ ਹੋਣਾ। ਮੇਰੇ ਕੋਲੋਂ ਅੱਗੇ ਨਹੀਂ ਬੇਟੇ, ਮੈਨੂੰ ਮੇਰੇ ਢਾਰੇ 'ਚ ਲੈ ਚੱਲ। ਮੈਂ ਉਹਨਾਂ ਨੂੰ ਮੋੜ ਲਿਆਇਆ ਤੇ ਉਹਨਾਂ ਦੇ ਮੰਜੇ 'ਤੇ ਲਿਟਾ ਦਿੱਤਾ। ਉਹਨਾਂ ਨੂੰ ਕਾਂਬਾ ਛਿੜ ਪਿਆ ਸੀ। ਪਿਤਾ ਜੀ, ਹੁਣ ਤੁਸੀਂ ਸੌਂ ਜਾਓ, ਸੌਂ ਕੇ ਥੋੜ੍ਹਾ ਆਰਾਮ ਕਰੋ। ਉਹਨਾਂ ਨੂੰ ਹੁਣ ਹੋਰ ਔਖਾ ਸਾਹ ਆਉਣ ਲੱਗ ਪਿਆ ਸੀ। ਉਹਨਾਂ ਦੀਆਂ ਅੱਖਾਂ ਬੰਦ ਸਨ। ਫਿਰ ਮੈਨੂੰ ਪੂਰਾ ਭਰੋਸਾ ਸੀ ਉਹ ਸਭ ਕੁਝ ਦੇਖ ਸਕਦੇ ਨੇ, ਕਿ ਉਹ ਹਰ ਪਾਸੇ ਸੱਚ ਦੇਖ ਸਕਦੇ ਨੇ, ਸਾਰੀਆਂ ਚੀਜ਼ਾਂ 'ਚੋਂ ਸੱਚ ਦੇਖਣ ਦੇ ਕਾਬਲ ਨੇ। ਬਲਾਕ 'ਚ ਦੂਜਾ ਡਾਕਟਰ ਆ ਗਿਆ ਸੀ। ਮੇਰੇ ਪਿਤਾ ਜੀ ਉੱਠ ਨਹੀਂ ਸਨ ਸਕਦੇ। ਉਹਨਾਂ ਨੂੰ ਪਤਾ ਸੀ ਇਸ ਨਾਲ ਕੋਈ ਫਾਇਦਾ ਨਹੀਂ ਸੀ ਹੋਣਾ। ਹੋਰ ਤਾਂ ਹੋਰ, ਇਹ ਡਾਕਟਰ ਬਿਮਾਰਾਂ ਨੂੰ ਖਤਮ ਕਰਨ ਆਇਆ ਸੀ। ਮੈਂ ਉਹਨੂੰ ਸੁਣ ਰਿਹਾ ਸਾਂ। ਉਹ ਬਿਮਾਰਾਂ ਨੂੰ ਡਾਂਟ ਰਿਹਾ ਸੀ ਕਿ ਉਹ ਸੁਸਤ ਨਿਠੱਲੇ ਨੇ, ਉਹ ਸਿਰਫ ਆਰਾਮ ਕਰਨ ਲਈ ਮੰਜੇ 'ਤੇ ਪਏ ਹੋਏ ਨੇ। ਮੇਰਾ ਜੀਅ ਕਰਦਾ ਸੀ ਕਿ ਮੈਂ ਉਹਨੂੰ ਜਾ ਕੇ ਗਲੋਂ ਫੜ ਲਵਾਂ ਤੇ ਉਹਨੂੰ ਗਲ ਘੁੱਟ ਕੇ ਮਾਰ ਦਿਆਂ, ਪਰ ਮੇਰੇ ਵਿੱਚ ਨਾ ਹਿੰਮਤ ਸੀ ਤੇ ਨਾ ਹੀ ਤਾਕਤ। ਮੈਂ ਆਪਣੇ ਪਿਤਾ ਦੇ ਮੌਤ ਦੇ ਮੰਜੇ ਨਾਲ ਬੱਝ ਚੁੱਕਾ ਸਾਂ। ਮੇਰੇ ਹੱਥ ਦੁਖ ਰਹੇ ਸਨ। ਮੈਂ ਆਪਣੀਆਂ ਮੁੱਠੀਆਂ ਬੜੇ ਜ਼ੋਰ ਨਾਲ ਬੰਦ ਕੀਤੀਆਂ ਹੋਈਆਂ ਸਨ। ਦਿਲ ਕਰਦਾ ਸੀ ਕਿ ਉਸ ਡਾਕਟਰ ਤੇ ਬਾਕੀ ਸਾਰਿਆਂ ਨੂੰ ਮਾਰ ਮੁਕਾਵਾਂ, ਮੇਰੇ ਪਿਤਾ ਦੇ ਕਾਤਲ, ਪਰ ਮੇਰੀ ਚੀਕ ਮੇਰੇ ਗਲ 'ਚ ਹੀ ਰਹਿ ਗਈ। ਜਦੋਂ ਮੈਂ ਡਬਲ ਰੋਟੀ ਵਾਲਾ ਰਾਸ਼ਨ ਲੈ ਕੇ ਪਰਤਿਆ ਤਾਂ ਮੇਰੇ ਪਿਤਾ ਜੀ ਕਿਸੇ ਨਿਆਣੇ ਵਾਂਗ ਰੋ ਰਹੇ ਸਨ। ਬੇਟਾ, ਇਹ ਮੈਨੂੰ ਬੁਰੀ ਤਰ੍ਹਾਂ ਮਾਰ ਰਹੇ ਨੇ। ਕੌਣ? ਮੈਂ ਸੋਚਿਆ ਕਿ ਹੁਣ ਉਹਨਾਂ ਨੂੰ ਆਪਣੀ ਸੁੱਧ ਨਹੀਂ ਸੀ ਰਹੀ। ਉਹ ਫਰਾਂਸੀਸੀ ਤੇ ਪੋਲੈਂਡ ਵਾਲਾ, ਉਹ ਮੈਨੂੰ ਮਾਰਦੇ ਨੇ। ਇਹ ਮੇਰੇ ਦਿਲ 'ਤੇ ਇੱਕ ਹੋਰ ਜ਼ਖਮ ਸੀ, ਇੱਕ ਹੋਰ ਨਫ਼ਰਤ, ਇੱਕ ਹੋਰ ਕਾਰਨ ਬਣ ਗਿਆ ਸੀ ਨਾ ਜਿਉਣ ਲਈ। ਇਲੀਜ਼ਰ, ਇਹਨਾਂ ਨੂੰ ਕਹਿ ਦੇ ਮੈਨੂੰ ਨਾ ਮਾਰਨ। ਮੈਂ ਕੁਝ ਵੀ ਨਹੀਂ ਕੀਤਾ, ਫਿਰ ਵੀ ਉਹ ਮੈਨੂੰ ਕਿਉਂ ਮਾਰ ਰਹੇ ਨੇ? ਮੈਂ ਉਹਨਾਂ ਗੁਆਂਢੀਆਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕੀਤੀਆਂ। ਉਲਟਾ ਉਹ ਮੇਰੇ 'ਤੇ ਹੱਸਣ ਲੱਗ ਪਏ। ਮੈਂ ਉਹਨਾਂ ਨੂੰ ਕਿਹਾ ਕਿ ਮੈਂ ਉਹਨਾਂ ਨੂੰ ਡਬਲ ਰੋਟੀ ਤੇ ਸੂਪ ਦੇਵਾਂਗਾ। ਫਿਰ ਵੀ ਉਹ ਹੱਸਦੇ ਰਹੇ। ਫਿਰ ਉਹਨਾਂ ਨੂੰ ਗੁੱਸਾ ਚੜ੍ਹ ਗਿਆ। ਫਿਰ ਤਾਂ ਮੇਰੇ ਪਿਤਾ ਜੀ ਪਿੱਛੇ ਹੀ ਪੈ ਗਏ। ਉਹਨਾਂ ਕਿਹਾ ਕਿ ਕਿਉਂਕਿ ਮੇਰੇ ਪਿਤਾ ਆਪਣੇ ਆਪ ਨੂੰ ਹੌਲਾ ਕਰਨ ਲਈ ਬਾਹਰ ਤੱਕ ਨਹੀਂ ਸਨ ਜਾ ਸਕਦੇ, ਹੁਣ ਉਹ ਬਰਦਾਸ਼ਤ ਨਹੀਂ ਕਰਨਗੇ। ਅਗਲੇ ਦਿਨ ਪਿਤਾ ਨੇ ਸ਼ਿਕਾਇਤ ਕੀਤੀ ਕਿ ਉਹ ਡਬਲ ਰੋਟੀ ਵਾਲਾ ਰਾਸ਼ਨ ਵੀ ਖੋਹ ਕੇ ਲੈ ਗਏ ਸਨ। ਜਦੋਂ ਤੁਸੀਂ ਸੁੱਤੇ ਪਏ ਸੀ। ਨਹੀਂ, ਮੈਂ ਸੁੱਤਾ ਨਹੀਂ ਸੀ। ਇਹਨਾਂ ਨੇ ਮੇਰੇ ਉੱਤੇ ਚੜ੍ਹ ਕੇ ਡਬਲ ਰੋਟੀ ਖੋਹ ਲਈ ਤੇ ਮੈਨੂੰ ਮਾਰਿਆ ਵੀ। ਫਿਰ ਦੁਬਾਰਾ। ਬੇਟਾ, ਮੈਂ ਹੋਰ ਨਹੀਂ ਸਹਿ ਸਕਦਾ, ਇੱਕ ਪਾਣੀ ਦਾ ਘੁੱਟ ਮੈਨੂੰ ਦੇ। ਮੈਨੂੰ ਪਤਾ ਸੀ ਕਿ ਉਹਨਾਂ ਨੂੰ ਪਾਣੀ ਨਹੀਂ ਪੀਣਾ ਚਾਹੀਦਾ,
ਪਰ ਮੈਨੂੰ ਇੰਨੀ ਮਿੰਨਤ ਨਾਲ ਕਿਹਾ ਸੀ ਕਿ ਮੈਨੂੰ ਮੰਨਣਾ ਪਿਆ। ਪਾਣੀ ਉਹਨਾਂ ਲਈ ਜ਼ਹਿਰ ਸੀ, ਪਰ ਮੈਂ ਉਹਨਾਂ ਲਈ ਹੋਰ ਕਰ ਵੀ ਕੀ ਸਕਦਾ ਸੀ। ਪਾਣੀ ਜਾਂ ਪਾਣੀ ਤੋਂ ਬਿਨਾਂ ਛੇਤੀ ਖੇਡ ਖਤਮ ਹੋਣ ਵਾਲੀ ਸੀ। ਤੂੰ ਮੇਰੇ ਤੇ ਕੁਝ ਤਾਂ ਤਰਸ ਕਰ। ਮੈਂ ਉਹਨਾਂ ਤੇ ਤਰਸ ਕਰਾਂ? ਮੈਂ ਉਹਨਾਂ ਦਾ ਇਕਲੌਤਾ ਪੁੱਤਰ। ਇਸੇ ਤਰ੍ਹਾਂ ਹਫ਼ਤਾ ਗੁਜ਼ਰ ਗਿਆ। ਇਹ ਤੇਰੇ ਪਿਤਾ ਨੇ, ਹੈ ਨਾ? ਬਲਾਕ ਦੇ ਇੰਚਾਰਜ ਨੇ ਕਿਹਾ। ਹਾਂ, ਇਹ ਬਹੁਤ ਬਿਮਾਰ ਨੇ। ਡਾਕਟਰ ਵੀ ਇਹਨਾਂ ਲਈ ਕੁਝ ਨਹੀਂ ਕਰ ਸਕਦੇ ਤੇ ਨਾ ਹੀ ਹੁਣ ਤੂੰ ਕੁਝ ਕਰ ਸਕੇਂਗਾ। ਉਹਨੇ ਆਪਣਾ ਭਾਰਾ ਜਿਹਾ ਹੱਥ ਮੇਰੇ ਮੋਢੇ ਤੇ ਰੱਖਿਆ ਤੇ ਕਿਹਾ, ਮੇਰੀ ਗੱਲ ਸੁਣ ਮੁੰਡਿਆ, ਇਹ ਨਾ ਭੁੱਲੀ ਕਿ ਤੁਸੀਂ ਇੱਕ ਨਜ਼ਰਬੰਦੀ ਕੈਂਪ 'ਚ ਹੋ। ਇੱਥੇ ਹਰ ਇੱਕ ਨੂੰ ਆਪਣੀ ਲੜਾਈ ਆਪ ਲੜਨੀ ਪੈਂਦੀ ਹੈ, ਨਾ ਕਿ ਹੋਰ ਕਿਸੇ ਲਈ। ਇੱਥੋਂ ਤੱਕ ਕੋਈ ਕਿਸੇ ਦਾ ਪਿਓ, ਇੱਥੇ ਨਾ ਕੋਈ ਕਿਸੇ ਦਾ ਪਿਓ ਹੈ, ਨਾ ਭਰਾ ਤੇ ਨਾ ਕੋਈ ਦੋਸਤ। ਹਰ ਕੋਈ ਆਪਣੇ ਲਈ ਜਿਉਂਦਾ ਹੈ ਤੇ ਮਰਦਾ ਹੈ। ਮੈਂ ਤੈਨੂੰ ਇੱਕ ਠੋਸ ਨਸੀਹਤ ਹੀ ਕਰਾਂਗਾ ਕਿ ਆਪਣਾ ਰਾਸ਼ਨ ਆਪਣੇ ਪਿਤਾ ਨੂੰ ਦੇਣ ਦੀ ਕੋਈ ਲੋੜ ਨਹੀਂ। ਹੁਣ ਕੁਝ ਵੀ ਨਹੀਂ ਜਿਹੜਾ ਤੂੰ ਇਸ ਲਈ ਕਰ ਸਕਦਾ ਹੈ ਤੇ ਤੂੰ ਆਪਣੇ ਆਪ ਨੂੰ ਮਾਰ ਮੁਕਾਏਂਗਾ। ਉਲਟਾ ਇਹਦੇ ਰਾਸ਼ਨ ਤੇ ਤੂੰ ਜਿਉਂਦਾ ਰਹਿ। ਮੈਂ ਉਹਦੀ ਗੱਲ ਧਿਆਨ ਨਾਲ ਸੁਣੀ, ਉਹਨੂੰ ਬਿਨਾਂ ਕਿਸੇ ਰੋਕ ਟੋਕ ਦੇ। ਉਹ ਠੀਕ ਸੀ। ਮੈਂ ਆਪਣੇ ਦਿਲ ਦੇ ਸਭ ਤੋਂ ਗੁਪਤ ਹਿੱਸੇ 'ਚ ਜਾ ਕੇ ਸੋਚਿਆ। ਮੇਰੀ ਇਸ ਗੱਲ ਨੂੰ ਕਬੂਲ ਕਰਨ ਦੀ ਹਿੰਮਤ ਨਹੀਂ ਪਈ। ਆਪਣੇ ਪਿਤਾ ਨੂੰ ਬਚਾ ਸਕਣਾ ਹੁਣ ਸੰਭਵ ਨਹੀਂ ਸੀ। ਮੈਂ ਆਪਣੇ ਆਪ ਨੂੰ ਇਹ ਗੱਲ ਆਖੀ, ਮੈਨੂੰ ਡਬਲ ਰੋਟੀ ਤੇ ਸੂਪ, ਡਬਲ ਰਾਸ਼ਨ ਚਾਹੀਦੇ ਨੇ। ਸਿਰਫ 1 ਸਕਿੰਟ ਦੇ ਕੁਝ ਹਿੱਸੇ ਵਿੱਚ ਹੀ ਮੈਂ ਆਪਣੇ ਆਪ ਨੂੰ ਕਸੂਰਵਾਰ ਸਮਝਣ ਲੱਗ ਪਿਆ ਸਾਂ। ਮੈਂ ਭੱਜਿਆ ਤਾਂ ਕਿ ਆਪਣੇ ਪਿਤਾ ਜੀ ਨੂੰ ਕੁਝ ਸੂਪ ਦੇ ਸਕਾਂ, ਪਰ ਉਹਨਾਂ ਨੂੰ ਤਾਂ ਇਹ ਚਾਹੀਦਾ ਨਹੀਂ ਸੀ। ਉਹਨਾਂ ਨੂੰ ਤਾਂ ਪਾਣੀ ਚਾਹੀਦਾ ਸੀ। ਪਾਣੀ ਨਾ ਪੀਓ, ਕੁਝ ਸੂਪ ਲੈ ਲਓ। ਮੇਰਾ ਅੰਦਰ ਮੱਚ ਰਿਹਾ, ਤੂੰ ਮੇਰੇ ਨਾਲ ਇੰਜ ਕਿਉਂ ਕਰਦਾ? ਮੇਰੇ ਬੱਚੇ, ਪਾਣੀ। ਮੈਂ ਪਾਣੀ ਲੈ ਆਇਆ। ਫਿਰ ਮੈਂ ਹਾਜ਼ਰੀ ਲਈ ਬਲਾਕ ਤੋਂ ਬਾਹਰ ਚਲਾ ਗਿਆ, ਪਰ ਫਿਰ ਪਰਤ ਕੇ ਮੁੜ ਆਇਆ। ਮੈਂ ਉੱਪਰ ਵਾਲੇ ਮੰਜੇ ਤੇ ਲੇਟ ਗਿਆ। ਬਿਮਾਰ ਲੋਕਾਂ ਨੂੰ ਬਲਾਕ 'ਚ ਰਹਿਣ ਦੀ ਆਗਿਆ ਸੀ। ਮੈਂ ਆਪਣੇ ਆਪ ਹੀ ਬਿਮਾਰ ਹੋ ਗਿਆ। ਮੈਂ ਆਪਣੇ ਪਿਤਾ ਜੀ ਨੂੰ ਨਹੀਂ ਛੱਡਾਂਗਾ। ਚਾਰੇ ਪਾਸੇ ਚੁੱਪ ਛਾਈ ਹੋਈ ਸੀ। ਕਦੇ ਕਦੇ ਕਿਸੇ ਪਾਸਿਓਂ ਹੂੰਗਰ ਸੁਣਦੀ ਸੀ। ਬਲਾਕ ਦੇ ਬਾਹਰ ਜਰਮਨ ਅਫਸਰ ਹੁਕਮ ਦੇ ਰਹੇ ਸਨ। ਇੱਕ ਅਫਸਰ ਮੰਜਿਆਂ ਕੋਲੋਂ ਦੀ ਲੰਘਿਆ। ਮੇਰੇ ਪਿਤਾ ਜੀ ਨੇ ਮੈਨੂੰ ਮਿੰਨਤ ਕਰਦਿਆਂ ਕਿਹਾ, ਬੇਟਾ ਪਾਣੀ। ਮੈਂ ਅੰਦਰੋਂ ਮੱਚ ਰਿਹਾ, ਮੇਰਾ ਢਿੱਡ। ਚੁੱਪ ਕਰੋ, ਉਸ ਅਫਸਰ ਨੇ ਉੱਚੀ ਆਵਾਜ਼ 'ਚ ਕਿਹਾ। ਐਲੀਜ਼ਰ, ਮੇਰੇ ਪਿਤਾ ਜੀ ਕਹਿੰਦੇ ਜਾ ਰਹੇ ਸਨ, ਥੋੜ੍ਹਾ ਪਾਣੀ। ਅਫਸਰ ਭੱਜ ਕੇ ਪਿਤਾ ਜੀ ਵੱਲ ਆਇਆ ਤੇ ਉਹਨਾਂ ਨੂੰ ਬੁਰੀ ਤਰ੍ਹਾਂ ਡਾਂਟਣ ਲੱਗ ਪਿਆ ਤੇ ਚੁੱਪ ਰਹਿਣ। ਪਰ ਮੇਰੇ ਪਿਤਾ ਨੇ ਉਹਨੂੰ ਸੁਣਿਆ ਨਹੀਂ ਸੀ। ਉਹ ਮੈਨੂੰ ਆਵਾਜ਼ਾਂ ਮਾਰਦੇ ਰਹੇ। ਉਸ ਅਫਸਰ ਨੇ ਸਾਰੇ ਜ਼ੋਰ ਨਾਲ ਉਹਨਾਂ ਦੇ ਸਿਰ ਤੇ ਡੰਡਾ ਮਾਰਿਆ। ਮੈਂ ਹਿੱਲਿਆ ਤੱਕ ਨਹੀਂ ਸੀ। ਮੈਂ ਡਰ ਗਿਆ ਸੀ। ਮੇਰਾ ਸਰੀਰ ਡਰ ਗਿਆ ਸੀ ਡੰਡੇ ਤੋਂ। ਫਿਰ ਮੇਰੇ ਪਿਤਾ ਜੀ ਨੇ ਇੱਕ ਭਰੜਾਈ ਆਵਾਜ਼ ਕੀਤੀ, ਮੇਰਾ ਨਾਮ ਲਿਆ, ਐਲੀਜ਼ਰ। ਮੈਂ ਦੇਖਿਆ ਕਿ ਉਹਨਾਂ ਨੂੰ ਸਾਹ ਹੋਰ ਔਖਾ ਆਉਣ ਲੱਗ ਪਿਆ ਸੀ। ਮੈਂ ਫਿਰ ਵੀ ਕੋਈ ਹਿਲਜੁਲ ਨਹੀਂ ਸੀ ਕੀਤੀ। ਜਦੋਂ ਮੈਂ ਹਾਜ਼ਰੀ ਤੋਂ ਪਿੱਛੋਂ ਉੱਪਰਲੇ ਮੰਜੇ ਤੋਂ ਹੇਠਾਂ ਉਤਰ ਕੇ ਆਇਆ ਤਾਂ ਦੇਖਿਆ ਕਿ ਉਹਨਾਂ ਦੇ ਬੁੱਲ੍ਹ ਕੰਬ ਰਹੇ ਸਨ ਤੇ ਕੁਝ ਬੜਬੜਾ ਰਹੇ ਸਨ। ਉਹਨਾਂ ਉੱਪਰ ਝੁੱਕ ਕੇ ਮੈਂ 1 ਘੰਟਾ ਉਹਨਾਂ ਦੇ ਚਿਹਰੇ ਵੱਲ ਦੇਖਦਾ ਰਿਹਾ। ਮੈਂ ਆਪਣੇ ਆਪ ਨੂੰ ਉਸ ਤਸਵੀਰ ਵਿੱਚ ਦੇਖ ਰਿਹਾ ਸਾਂ। ਉਹਨਾਂ ਦਾ ਲਹੂ ਲੁਹਾਨ ਚਿਹਰਾ, ਉਹਨਾਂ ਦਾ ਟੁੱਟਿਆ ਸਿਰ। ਫਿਰ ਮੈਂ ਸੌਂ ਗਿਆ ਸਾਂ। ਮੈਂ ਉਸ ਮੰਜੇ 'ਤੇ ਚੜ੍ਹ ਕੇ ਸੌਂ ਗਿਆ ਸਾਂ ਜਿਹੜਾ ਮੇਰੇ ਪਿਤਾ ਦੇ ਮੰਜੇ ਉੱਪਰ ਸੀ ਤੇ ਮੇਰੇ ਪਿਤਾ ਜੀ ਅਜੇ ਵੀ ਜਿਉਂਦੇ ਸਨ। ਇਹ ਜਨਵਰੀ 28, 1945 ਦਾ ਦਿਨ ਸੀ। ਮੈਂ 29 ਜਨਵਰੀ ਵਾਲੇ ਦਿਨ ਸਵੇਰੇ ਉੱਠਿਆ। ਮੇਰੇ ਪਿਤਾ ਦੀ ਥਾਂ ਕੋਈ ਹੋਰ ਬਿਮਾਰ ਪਿਆ ਸੀ। ਉਹਨਾਂ ਨੂੰ ਦਿਨ ਚੜ੍ਹਨ ਤੋਂ ਪਹਿਲਾਂ ਹੀ ਲੈ ਗਏ ਹੋਣਗੇ ਤੇ ਉਹਨਾਂ ਨੂੰ ਭੱਠੀਆਂ 'ਚ ਸੁੱਟ ਕੇ। ਸ਼ਾਇਦ ਉਸ ਵੇਲੇ ਵੀ ਉਹ ਜਿਉਂਦੇ ਹੋਣਗੇ। ਉਹਨਾਂ ਦੀ ਕਬਰ 'ਤੇ ਕਿਸੇ ਨੇ ਅਰਦਾਸ ਨਹੀਂ ਸੀ ਕੀਤੀ। ਉਹਨਾਂ ਦੀ ਯਾਦ ਵਿੱਚ ਕੋਈ ਮੋਮਬੱਤੀਆਂ ਨਹੀਂ ਸਨ ਜਗਾਈਆਂ। ਉਹਨਾਂ ਦਾ ਆਖਰੀ ਸ਼ਬਦ ਮੇਰਾ ਨਾਮ ਸੀ, ਇੱਕ ਅਜਿਹੀ ਆਵਾਜ਼ ਜਿਸ ਦਾ ਮੈਂ ਜਵਾਬ ਨਹੀਂ ਸੀ ਦਿੱਤਾ। ਮੈਂ ਰੋਇਆ ਨਹੀਂ ਸੀ। ਮੈਂ ਬੜਾ ਦੁਖੀ ਸੀ। ਮੈਨੂੰ ਦੁੱਖ ਸੀ ਕਿ ਮੈਂ ਰੋਇਆ ਕਿਉਂ ਨਹੀਂ ਤੇ ਮੈਂ ਆਪਣੇ ਸਰੀਰ ਦੀਆਂ ਡੂੰਘਾਣਾਂ ਵਿੱਚ, ਮੇਰੀ ਕਮਜ਼ੋਰ ਆਤਮਾ ਦੀਆਂ ਵਿਰਲਾਂ ਵਿੱਚ ਜੇ ਮੈਂ ਹਿੰਮਤ ਕਰਕੇ ਲੱਭਣਾ ਵੀ ਤਾਂ ਸ਼ਾਇਦ ਅਖੀਰ 'ਚ ਮੈਨੂੰ ਇਹੋ ਲੱਭਣਾ ਸੀ ਕਿ ਮੈਂ ਅਖੀਰ ਆਜ਼ਾਦ ਹੋ ਗਿਆ ਸਾਂ। ਮੈਨੂੰ ਬੁਕਨਵਾਲ ਵਿੱਚ 11 ਅਪ੍ਰੈਲ ਤੱਕ ਰਹਿਣਾ ਪਿਆ ਸੀ। ਮੈਨੂੰ ਮੇਰੇ ਜੀਵਨ ਬਾਰੇ
ਇਸ ਸਮੇਂ ਵਿੱਚ ਕਹਿਣ ਦੀ ਕੋਈ ਲੋੜ ਨਹੀਂ। ਮੇਰੇ ਪਿਤਾ ਜੀ ਦੀ ਮੌਤ ਤੋਂ ਪਿੱਛੋਂ ਮੈਨੂੰ ਕੁਝ ਵੀ ਅਜਿਹਾ ਨਹੀਂ ਜਿਸ ਨੇ ਸਪਰਸ਼ ਕੀਤਾ ਹੋਵੇ। ਮੈਨੂੰ ਬੱਚਿਆਂ ਵਾਲੇ ਬਲਾਕ 'ਚ ਭੇਜ ਦਿੱਤਾ ਗਿਆ ਸੀ, ਜਿੱਥੇ ਮੇਰੇ ਵਰਗੇ 600 ਬੱਚੇ ਸਨ। ਦੂਜੀਆਂ ਫੌਜਾਂ ਨੇੜੇ ਆ ਰਹੀਆਂ ਸਨ। ਮੈਂ ਆਪਣਾ ਸਮਾਂ ਵਿਹਲਾ ਬਹਿ ਕੇ ਬਿਤਾ ਰਿਹਾ ਸੀ। ਮੇਰੀ ਇੱਕੋ ਹੀ ਇੱਛਾ ਸੀ ਕਿ ਮੈਂ ਖਾਵਾਂ। ਮੈਨੂੰ ਹੁਣ ਆਪਣੇ ਮਾਤਾ ਅਤੇ ਪਿਤਾ ਦਾ ਕਦੇ ਵੀ ਖਿਆਲ ਨਹੀਂ ਸੀ ਆਉਂਦਾ। ਕਦੇ ਕਦੇ ਰਹਿ ਕੇ ਮੈਨੂੰ ਇੱਕੋ ਖਿਆਲ ਆਉਂਦਾ ਸੀ, ਸੂਪ ਦਾ ਇੱਕ ਤੁਪਕਾ, ਕਿਧਰੋਂ ਵੱਖਰਾ ਹੋਰ ਸੂਪ ਮਿਲ ਜਾਏ। 5 ਅਪ੍ਰੈਲ ਵਾਲੇ ਦਿਨ ਇਤਿਹਾਸ ਦਾ ਪਹੀਆ ਘੁੰਮਿਆ। ਅਸੀਂ ਬਲਾਕ ਵਿੱਚ ਖੜੇ ਜਰਮਨ ਅਫਸਰਾਂ ਨੂੰ ਉਡੀਕ ਰਹੇ ਸੀ, ਜਿਨ੍ਹਾਂ ਨੇ ਆ ਕੇ ਸਾਡੀ ਗਿਣਤੀ ਕਰਨੀ ਸੀ। ਉਹ ਆਉਣ 'ਚ ਦੇਰ ਕਰੀ ਜਾ ਰਹੇ ਸਨ। ਇਹੋ ਜਿਹੀ ਦੇਰੀ ਬੁੱਕਨਵਾਲ ਦੇ ਇਤਿਹਾਸ 'ਚ ਅਣਹੋਣੀ ਗੱਲ ਸੀ। ਕੁਝ ਨਾ ਕੁਝ ਜ਼ਰੂਰ ਵਾਪਰ ਗਿਆ ਹੋਏਗਾ। 2 ਘੰਟਿਆਂ ਪਿੱਛੋਂ ਬਲਾਕ ਦੇ ਇੰਚਾਰਜ ਵੱਲੋਂ ਇੱਕ ਹੁਕਮ ਸਪੀਕਰਾਂ ਰਾਹੀਂ ਆਇਆ, ਸਾਰੇ ਯਹੂਦੀ ਚੌਕ 'ਚ ਆ ਕੇ ਇਕੱਠੇ ਹੋ ਜਾਣ। ਇਹ ਆਖੀਰ ਸੀ। ਹਿਟਲਰ ਆਪਣਾ ਵਾਅਦਾ ਪੂਰਾ ਕਰਨ ਜਾ ਰਿਹਾ ਸੀ। ਸਾਡੇ ਬਲਾਕ ਵਾਲੇ ਬੱਚੇ ਇਕੱਠੇ ਹੋਣ ਵਾਲੀ ਥਾਂ ਵੱਲ ਟੁਰ ਪਏ। ਅਸੀਂ ਕੁਝ ਵੀ ਨਹੀਂ ਸੀ ਕਰ ਸਕਦੇ। ਗੁਸਤਾਵ ਬਲਾਕ ਦੇ ਇੰਚਾਰਜ ਨੇ ਸਾਨੂੰ ਝੰਡਾ ਦਿਖਾ ਕੇ ਇਹ ਪਹਿਲਾਂ ਕਹਿ ਦਿੱਤਾ ਸੀ, ਪਰ ਰਾਹ 'ਚ ਜਾਂਦਿਆਂ ਸਾਨੂੰ ਕੁਝ ਕੈਦੀ ਮਿਲੇ, ਜਿਨ੍ਹਾਂ ਕਿਹਾ, ਆਪਣੇ ਬਲਾਕ 'ਚ ਵਾਪਸ ਚਲੇ ਜਾਓ। ਜਰਮਨ ਹੁਣ ਤੁਹਾਨੂੰ ਗੋਲੀ ਮਾਰ ਦੇਣਗੇ। ਆਪਣੇ ਬਲਾਕ 'ਚ ਚਲੇ ਜਾਓ ਤੇ ਇੱਥੋਂ ਹਿੱਲਿਓ ਨਾ। ਅਸੀਂ ਆਪਣੇ ਬਲਾਕ 'ਚ ਵਾਪਸ ਆ ਗਏ। ਸਾਨੂੰ ਪਤਾ ਲੱਗਾ ਕਿ ਯਹੂਦੀਆਂ ਦੀ ਵਿਰੋਧ ਕਰਨ ਵਾਲੀ ਸੰਸਥਾ ਨੇ ਫੈਸਲਾ ਕੀਤਾ ਸੀ ਕਿ ਅਸੀਂ ਹੁਣ ਨਹੀਂ ਝੁਕਣਾ ਤੇ ਹਰ ਕਿਸੇ ਨੂੰ ਮਰਨ ਤੋਂ ਬਚਾਉਣਾ ਹੈ। ਹੁਣ ਕਿਉਂਕਿ ਦੇਰ ਹੋ ਚੁੱਕੀ ਸੀ, ਬੜੀ ਵੱਡੀ ਕ੍ਰਾਂਤੀ ਆ ਚੁੱਕੀ ਸੀ। ਬਹੁਤ ਸਾਰੇ ਯਹੂਦੀਆਂ ਨੇ ਆਪਣੇ ਆਪ ਨੂੰ ਯਹੂਦੀ ਨਹੀਂ ਐਲਾਨ ਕਰ ਦਿੱਤਾ ਸੀ। ਤਾਂ ਕੈਂਪ ਦੇ ਇੰਚਾਰਜ ਨੇ ਫੈਸਲਾ ਕੀਤਾ ਕਿ ਅਗਲੇ ਦਿਨ ਆਮ ਹਾਜ਼ਰੀ ਲੱਗੇਗੀ। ਹਰ ਕਿਸੇ ਨੂੰ ਹਾਜ਼ਰ ਹੋਣਾ ਪੈਣਾ ਸੀ। ਹਾਜ਼ਰੀ ਲੱਗੀ। ਕੈਂਪ ਦੇ ਇੰਚਾਰਜ ਨੇ ਐਲਾਨ ਕੀਤਾ ਕਿ ਬੁੱਕਨਵਾਲ ਨੂੰ ਖਤਮ ਕੀਤਾ ਜਾਏਗਾ। ਹਰ ਬਲਾਕ ਵਿੱਚੋਂ ਲੋਕਾਂ ਨੂੰ ਬਾਹਰ ਆਉਣ ਲਈ ਕਿਹਾ ਜਾਏਗਾ। ਉਹਨੇ ਇਹ ਹੁਕਮ ਤੁਰੰਤ ਲਾਗੂ ਕਰਨ ਲਈ ਕਹਿ ਦਿੱਤਾ ਸੀ। ਉਸ ਤੋਂ ਪਿੱਛੋਂ ਕੋਈ ਡਬਲ ਰੋਟੀ ਜਾਂ ਸੂਪ ਨਹੀਂ ਵਰਤਾਇਆ ਜਾਏਗਾ ਤੇ ਫਿਰ ਕੈਂਪ ਖਾਲੀ ਹੋਣਾ ਸ਼ੁਰੂ ਹੋ ਗਿਆ। ਉਸ ਦਿਨ ਤੋਂ ਹਜ਼ਾਰਾਂ ਕੈਦੀ ਕੈਂਪ ਦੇ ਵੱਡੇ ਗੇਟ ਤੋਂ ਬਾਹਰ ਜਾਂਦੇ ਸਨ, ਪਰ ਮੁੜ ਕੇ ਨਹੀਂ ਸਨ ਆਉਂਦੇ। 10 ਅਪ੍ਰੈਲ ਵਾਲੇ ਦਿਨ ਕੋਈ ਅਸੀਂ 20,000 ਲੋਕ ਕੈਂਪ 'ਚ ਮੌਜੂਦ ਸਾਂ, ਜਿਨ੍ਹਾਂ ਵਿੱਚ ਸੈਂਕੜੇ ਬੱਚੇ ਵੀ ਸਨ। ਉਹਨਾਂ ਨੇ ਸਾਨੂੰ ਸਾਰਿਆਂ ਨੂੰ ਇਕੱਠੇ ਬਾਹਰ ਕੱਢਣ ਦਾ ਫੈਸਲਾ ਕਰ ਲਿਆ ਸੀ, ਤੇ ਉਹ ਵੀ ਸ਼ਾਮ ਤੋਂ ਪਹਿਲਾਂ। ਉਸ ਪਿੱਛੋਂ ਉਹਨਾਂ ਨੇ ਕੈਂਪ ਨੂੰ ਉਡਾ ਦੇਣਾ ਸੀ। ਅਸੀਂ ਵੱਡੇ ਚੌਕ 'ਚ ਇਕੱਠੇ ਹੋ ਚੁੱਕੇ ਸਾਂ, ਪੰਜਾਂ ਵਾਲੀਆਂ ਕਤਾਰਾਂ ਵਿੱਚ ਉਡੀਕ ਰਹੇ ਸਾਂ ਕਦੋਂ ਕੈਂਪ ਦਾ ਵੱਡਾ ਗੇਟ ਖੁੱਲ੍ਹੇਗਾ। ਅਚਾਨਕ ਚੇਤਾਵਨੀ ਵਾਲੇ ਹੂਟਰ ਵੱਜਣ ਲੱਗ ਪਏ। ਚੇਤਾਵਨੀ! ਅਸੀਂ ਬਲਾਕਾਂ 'ਚ ਪਰਤ ਆਏ। ਸਾਨੂੰ ਉਸ ਸ਼ਾਮ ਇੱਥੋਂ ਬਾਹਰ ਕੱਢਣਾ ਮੁਮਕਿਨ ਨਹੀਂ ਸੀ। ਅਗਲੇ ਦਿਨ ਲਈ ਸਥਗਿਤ ਕਰ ਦਿੱਤਾ ਗਿਆ। ਸਾਡਾ ਭੁੱਖ ਨਾਲ ਬੁਰਾ ਹਾਲ ਹੋ ਗਿਆ। ਅਸੀਂ 6 ਦਿਨਾਂ ਤੱਕ ਕੁਝ ਵੀ ਖਾਧਾ ਪੀਤਾ ਨਹੀਂ ਸੀ। ਕੁਝ ਘਾਹ ਦੀਆਂ ਪੱਤੀਆਂ ਤੇ ਆਲੂਆਂ ਦੇ ਛਿਲਕੇ, ਜਿਹੜੇ ਸਾਨੂੰ ਰਸੋਈ ਘਰ ਨੇੜੇ ਮਿਲੇ ਸਨ। ਸਵੇਰੇ 10 ਵਜੇ ਜਰਮਨ ਅਫਸਰ ਸਾਰੇ ਕੈਂਪ 'ਚ ਪਹੁੰਚ ਗਏ। ਉਹਨਾਂ ਨੇ ਕੈਦੀਆਂ ਨੂੰ ਇਕੱਠੇ ਹੋਣ ਲਈ ਚੌਕ 'ਚ ਚਲੇ ਜਾਣ ਲਈ ਹੁਕਮ ਕੀਤੇ। ਉਸ ਵੇਲੇ ਵਿਰੋਧ ਕਰਨ ਵਾਲੀ ਸੰਸਥਾ ਨੇ ਹਰਕਤ ਕੀਤੀ। ਹਥਿਆਰਬੰਦ ਅਚਾਨਕ ਲੋਕ ਹਰ ਥਾਂ ਆ ਖੜੇ। ਗੋਲੀਬਾਰੀ ਸ਼ੁਰੂ ਹੋ ਗਈ। ਗਰਨੇਡ ਫੱਟਣ ਲੱਗ ਪਏ। ਅਸੀਂ ਬੱਚੇ ਬਲਾਕ 'ਚ ਧਰਤੀ ਤੇ ਲੰਮੇ ਪੈ ਗਏ। ਲੜਾਈ ਬਹੁਤੀ ਦੇਰ ਨਹੀਂ ਸੀ ਚੱਲੀ। ਦੁਪਹਿਰ ਤੱਕ ਚਾਰੇ ਪਾਸੇ ਚੁੱਪਚਾਪ ਛਾ ਗਈ। ਜਰਮਨ ਅਫਸਰ ਭੱਜ ਗਏ ਤੇ ਵਿਰੋਧੀ ਸੰਸਥਾ ਨੇ ਕੈਂਪ ਦੀ ਸਾਂਭ ਸੰਭਾਲ ਆਪਣੇ ਕਬਜ਼ੇ 'ਚ ਲੈ ਲਈ। ਕੋਈ 6 ਵਜੇ ਸ਼ਾਮ ਨੂੰ ਪਹਿਲਾ ਅਮਰੀਕਨ ਟੈਂਕ ਬੁੱਕਨਵਾਲ ਦੇ ਵੱਡੇ ਗੇਟ ਤੇ ਆ ਖੜਾ। ਸਾਡਾ ਪਹਿਲਾ ਕੰਮ ਜਦੋਂ ਅਸੀਂ ਆਜ਼ਾਦ ਸਾਂ ਤਾਂ ਉਹ ਸੀ ਕਿ ਸਭ ਤੋਂ ਪਹਿਲਾਂ ਅਸੀਂ ਕੁਝ ਖਾਣ ਲਈ ਤਿਆਰ ਹੋਏ। ਸਾਨੂੰ ਹੋਰ ਕੁਝ ਨਹੀਂ ਸੀ ਸੁੱਝਿਆ। ਕੋਈ ਬਦਲਾ ਨਹੀਂ, ਨਾ ਕਿਸੇ ਪਰਿਵਾਰ ਦਾ ਖਿਆਲ, ਕੁਝ ਵੀ ਨਹੀਂ, ਸਿਰਫ ਰੋਟੀ। ਤੇ ਜਦੋਂ ਅਸੀਂ ਭੁੱਖੇ ਨਹੀਂ ਸਾਂ, ਕਿਸੇ ਦੇ ਮਨ 'ਚ ਬਦਲੇ ਦਾ ਖਿਆਲ ਤੱਕ ਵੀ ਨਹੀਂ ਸੀ। ਉਸ ਤੋਂ ਅਗਲੇ ਦਿਨ ਕੁਝ ਜਵਾਨ ਇਕੱਠੇ ਹੋ ਕੇ ਵੀਮਰ ਤੋਂ ਕੁਝ ਆਲੂ ਤੇ ਕੱਪੜੇ ਲੈਣ ਚਲੇ ਗਏ। ਕੁਝ ਲੜਕੀਆਂ ਨਾਲ ਸੌਣ ਚਲੇ ਗਏ, ਪਰ ਬਦਲਾ ਲੈਣ ਦਾ ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਸੀ। ਬੁੱਕਨਵਾਲ ਦੀ ਆਜ਼ਾਦੀ ਤੋਂ 3 ਦਿਨਾਂ ਪਿੱਛੋਂ ਮੈਨੂੰ ਖਾਣੇ ਕਰਕੇ
ਜ਼ਹਿਰਬਾਦ ਨੇ ਆ ਘੇਰਿਆ। ਮੈਨੂੰ ਹਸਪਤਾਲ 'ਚ ਦਾਖਲ ਕਰਾਇਆ ਤੇ ਮੈਂ ਉੱਥੇ ਜੀਵਨ ਤੇ ਮੌਤ ਵਿਚਕਾਰ 2 ਹਫ਼ਤਿਆਂ ਤੱਕ ਲਮਕਦਾ ਰਿਹਾ। ਜਦੋਂ ਥੋੜ੍ਹਾ ਠੀਕ ਹੋਇਆ ਤਾਂ ਇੱਕ ਦਿਨ ਮੈਂ ਉੱਠਿਆ। ਮੈਂ ਸਾਹਮਣੀ ਕੰਧ 'ਤੇ ਲੱਗੇ ਸ਼ੀਸ਼ੇ 'ਚ ਆਪਣਾ ਚਿਹਰਾ ਦੇਖਣਾ ਚਾਹੁੰਦਾ ਸਾਂ। ਬਸਤੀ ਤੋਂ ਆਉਣ ਪਿੱਛੋਂ ਮੈਂ ਕਦੇ ਵੀ ਆਪਣੇ ਆਪ ਨੂੰ ਕਿਸੇ ਸ਼ੀਸ਼ੇ 'ਚ ਨਹੀਂ ਵੇਖਿਆ ਸੀ। ਉਸ ਸ਼ੀਸ਼ੇ ਦੀਆਂ ਡੂੰਘਾਣਾਂ 'ਚੋਂ ਮੈਨੂੰ ਇੱਕ ਮੁਰਦਾ ਮੇਰੇ ਵੱਲ ਝਾਕਦਾ ਲੱਗਿਆ। ਉਹ ਅੱਖਾਂ ਮੇਰੇ ਵੱਲ ਵੇਖ ਰਹੀਆਂ ਸਨ। ਉਹਨਾਂ ਨੇ ਮੇਰੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖਿਆ। ਉਸ ਪਿੱਛੋਂ ਉਹ ਨਿਗਾਹ ਕਦੇ ਵੀ ਮੈਨੂੰ ਛੱਡ ਕੇ ਨਹੀਂ ਗਈ। ਸਮਾਪਤ। ਗੁਰਚਰਨ ਸਿੰਘ ਜੈਤੋਂ ਵੱਲੋਂ ਨਾਈਟ ਦਾ ਅਨੁਵਾਦ ਕਰਦੇ ਹਾਂ। ਉਂਝ ਤਾਂ ਕਈ ਸਾਲ ਤੋਂ ਮੈਂ ਇਨਸਾਨੀ ਹੱਥਾਂ ਬਾਰੇ ਪੜ੍ਹਦਾ ਲਿਖਦਾ ਰਿਹਾ। ਇਸ ਤੋਂ ਪਹਿਲਾਂ ਮੈਂ ਕਾਲੇ ਅਮਰੀਕਨਾਂ ਬਾਰੇ, ਉਹਨਾਂ ਦੇ ਅਨੁਭਵਾਂ ਬਾਰੇ ਆਪਣੀ ਜਾਣਕਾਰੀ ਸਾਂਝੀ ਕੀਤੀ। ਉਹਨਾਂ 'ਤੇ ਗੋਰਿਆਂ ਵੱਲੋਂ ਕੀਤੇ ਜ਼ੁਲਮਾਂ ਨੇ ਮੈਨੂੰ ਪਰੇਸ਼ਾਨ ਹੀ ਨਹੀਂ ਕੀਤਾ, ਸਗੋਂ ਲਿਖਣ ਲਈ ਮਜਬੂਰ ਵੀ ਕੀਤਾ। ਲਿਖਣਾ ਪਿਆ। ਕੋਈ 4 ਕਿਤਾਬਾਂ 'ਚ ਇਹਨਾਂ ਦਾ ਵਿਸਥਾਰ 'ਚ ਜ਼ਿਕਰ ਹੈ। ਪਰ ਜਦੋਂ ਮੈਂ ਇਸ ਕਿਤਾਬ ਦਾ ਅਨੁਵਾਦ ਕਰਨ ਲੱਗਾ ਤਾਂ ਮੈਨੂੰ ਇਸ ਵਿੱਚ ਦਰਜ ਹਾਦਸਿਆਂ ਨੇ ਇੰਨਾ ਪਰੇਸ਼ਾਨ ਕੀਤਾ ਕਿ ਮੇਰੇ ਦਿਮਾਗ 'ਤੇ ਬਹੁਤ ਬੁਰਾ ਅਸਰ ਹੋਇਆ। ਐਲੀ ਵੀਜ਼ਲ ਰੋਮਾਨੀਆ 'ਚ ਪੈਦਾ ਹੋਇਆ ਸੀ ਤੇ ਅਮਰੀਕਾ 'ਚ ਆ ਕੇ ਵਸ ਗਿਆ ਸੀ। ਉਹ ਨੋਬੇਲ ਪੁਰਸਕਾਰ ਵਿਜੇਤਾ ਰਾਜਨੀਤਿਕ ਇਨਸਾਨੀ ਹੱਥਾਂ ਦਾ ਹਾਮੀ ਸੀ। ਉਹ ਜਰਮਨੀ ਦੇ ਨਜ਼ਰਬੰਦ ਕੈਂਪਾਂ ਵਿੱਚੋਂ ਬਚ ਕੇ ਆਇਆ ਸੀ। ਉਹ ਇੱਕ ਰਾਜਨੀਤਿਕ ਕੈਦੀ ਬਣ ਕੇ ਔਸਵਿਟਸ ਦੇ ਬੁਕਨਵਾਲਡ ਨਾਂ ਦੇ ਕੈਂਪਾਂ 'ਚ ਰਿਹਾ ਸੀ। ਉਹ ਅਮਰੀਕਾ ਆ ਕੇ ਇਨਸਾਨੀ ਹੱਥਾਂ ਲਈ ਲੜਦਾ ਰਿਹਾ ਤੇ 1986 'ਚ ਉਹਨੂੰ ਨੋਬੇਲ ਪੁਰਸਕਾਰ ਨਾਲ ਨਿਵਾਜਿਆ ਗਿਆ। ਉਹ 30 ਸਤੰਬਰ 1928 ਨੂੰ ਪੈਦਾ ਹੋਇਆ ਤੇ 2 ਜੁਲਾਈ 2016 ਵਿੱਚ ਅਮਰੀਕਾ 'ਚ ਗੁਜ਼ਰਿਆ। ਉਹਨੇ ਆਪਣੇ ਜੀਵਨ ਕਾਲ 'ਚ ਕੁੱਲ 57 ਕਿਤਾਬਾਂ ਲਿਖੀਆਂ। ਇਹ ਕਿਤਾਬ ਉਹਦੇ ਨਜ਼ਰਬੰਦ ਕੈਂਪਾਂ ਵਿੱਚੋਂ ਆਜ਼ਾਦ ਹੋਣ ਪਿੱਛੋਂ ਉਹ ਪੈਰਿਸ ਜਾ ਕੇ ਕਿਸੇ ਅਖਬਾਰ 'ਚ ਨੌਕਰੀ ਕਰਨ ਲੱਗ ਪਿਆ ਸੀ। ਉਸ ਵੇਲੇ ਉਹਨੂੰ ਕਿਸੇ ਬਹੁਤ ਵੱਡੇ ਲੇਖਕ ਦੀ ਇੰਟਰਵਿਊ ਕਰਨ ਜਾਣਾ ਪਿਆ। ਉਹ ਲੇਖਕ ਜਰਮਨੀ 'ਚ ਹੋਏ ਯਹੂਦੀਆਂ ਦੇ ਨਰਸੰਹਾਰ ਦੀਆਂ ਗੱਲਾਂ ਕਰਨ ਲੱਗ ਪਿਆ ਤਾਂ ਇਸ ਨੇ ਉਹਨੂੰ ਦੱਸਿਆ ਕਿ ਉਹ ਸਿਰਫ 15 ਵਰ੍ਹਿਆਂ ਦਾ ਸੀ ਜਦੋਂ ਉਹਨੂੰ ਉਹਨਾਂ ਕੈਂਪਾਂ 'ਚ ਜਾਣਾ ਪਿਆ। ਤਾਂ ਉਸ ਵੱਡੇ ਲੇਖਕ ਨੇ ਕਿਹਾ ਕਿ ਤੈਨੂੰ ਮੇਰੀ ਇੰਟਰਵਿਊ ਲੈਣ ਦੀ ਬਜਾਏ ਆਪ ਆਪਣੇ ਅਨੁਭਵਾਂ ਬਾਰੇ ਕਿਤਾਬ ਲਿਖਣੀ ਚਾਹੀਦੀ ਹੈ। ਉਸ ਪਿੱਛੋਂ ਐਲੀ ਵੀਜ਼ਲ ਨੇ ਇਹ ਕਿਤਾਬ ਨਾਈਟ ਲਿਖੀ। ਗੁਰਚਰਨ ਸਿੰਘ ਜੈਤੋਂ। ਧੰਨਵਾਦ।